जा तू मेरे वल है ता क्या मोह छंदा। तुद सब किश मैनू सौंपिया जा तेरा बंदा। लक्ष्मी तोट न आवई खाए खर्च रहंदा। लख 84 मेदनी सब सेव करंदा। ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੈ ਮੰਦਾ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰੀਐ ਜਾਂ ਤੁਧ ਭਾਵੰਦਾ। ਸਭੇ ਕਾਜ ਸਵਾਰੀਐ ਜਾਂ ਤੁਧ ਭਾਵੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु रूप गुरु खालसा साध संगत अपने सारिਆਂ ਦੇ बहुत ਵੱਡੇ ਭਾਗ ਨੇ ਜੋ ਕਿ ਆਪਾਂ ਨੂੰ ਹਾਜ਼ਰਾ ਹਜ਼ੂਰ ਜਾਹਰਾ ਜਹੂਰ सर्व कला भरपूर नाम बाणी के जहाज हलत पलत के राखे लोक परलोक के सहायक हाजर नाजर प्रतख सतगुरु साहिब श्री गुरु ग्रंथ ਸਾਹਿਬ महाराज जियां दे पावन पवित्र चरण कमलों दे विच जुड़ मिल बैठण दा सुभाग समा प्राप्त हो रहा है। साध संगत जी ਆਪਾਂ ਸਾਰੇ ਜਾਣੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਦਰਗਾਹੀ ਬਾਣੀ ਦਾ ਲਾਹਾ ਲੈ ਰਹੇ ਹਾਂ। ਆਪਾਂ ਇਸ ਨਗਰ ਦੇ ਵਿੱਚ ਰੋਲੂ ਮਾਜਰਾ ਜੋ ਚਮਕੌਰ ਸਾਹਿਬ ਦਾ ਇਲਾਕਾ ਹੈ ਸਾਰੀਆਂ ਸੰਗਤਾਂ ਦੇ ਬਹੁਤ ਉੱਤਮ ਸ੍ਰੇਸ਼ਟ ਭਾਗ ਹਨ ਜੋ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦਾ ਸਾਨੂੰ ਸੁਭਾਗ ਸਮਾਂ ਮਿਲਦਾ ਰਹਿੰਦਾ ਹੈ। ਸਾਧ ਸੰਗਤ ਜੀ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆ ਜਾਣਾ ਆ ਕਰਕੇ ਸਤਿਗੁਰਾਂ ਦੀ ਬਾਣੀ ਸੁਣ ਲੈਣੀ ਸਤਿਗੁਰਾਂ ਦੀ ਬਾਣੀ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਇਹ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਹਨ। ਨਹੀਂ ਤਾਂ ਵਿਦਵਾਨ ਸੱਜਣ 4 ਪ੍ਰਕਾਰ ਦੇ ਸਰੋਤਿਆਂ ਦਾ ਜ਼ਿਕਰ ਕਰਦੇ ਹਨ। ਊਂਗੇ ਸੂੰਗੇ ਚੂੰਗੇ ਤੇ ਖੂੰਗੇ 4 ਪ੍ਰਕਾਰ ਦੇ ਸਰੋਤੇ ਹੋਇਆ ਕਰਦੇ ਹਨ। ਸਾਧ ਸੰਗਤ ਜਿਨ੍ਹਾਂ ਦੇ ਵਿੱਚ ਆਪਾਂ 3 ਸਰੋਤਿਆਂ ਦਾ ਜੇ ਜ਼ਿਕਰ ਕਰੀਏ ਤਾਂ ਉਹ 3 ਲਾਹਾ ਪ੍ਰਾਪਤ ਨਹੀਂ ਕਰਿਆ ਕਰਦੇ। ਇੱਕ ਉਹ ਸਰੋਤੇ ਹੁੰਦੇ ਹਨ ਜੋ ਊਂਗੀ ਵਿਰਤੀ ਰੱਖਦੇ ਹਨ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਂਦੇ ਤਾਂ ਹਨ ਆਉਣ ਸਾਰ ਊਂਘਣਾ ਜਾਂ ਸੌਣਾ ਸ਼ੁਰੂ ਕਰ ਦਿੰਦੇ ਹਨ। ਇੱਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਸੂੰਘੇ ਕਿਹਾ ਜਾਂਦਾ ਹੈ। ਊਂਘਿਆਂ ਦੇ ਵਿੱਚ ਆ ਗਿਆ ਸਿਰਫ ਦੇਖਣ ਵਾਸਤੇ ਹੀ ਆਉਣਾ ਕੋਈ ਵਚਨ ਕਮਾਉਣਾ ਨਹੀਂ ਕਿਸੇ ਪ੍ਰਕਾਰ ਵੀ ਲਾਹਾ ਪ੍ਰਾਪਤ ਨਹੀਂ ਕਰਨਾ। ਕੇਵਲ ਤੋਂ ਕੇਵਲ ਜਦੋਂ ਵੀ ਸੰਗਤ ਦੇ ਵਿੱਚ ਬੈਠਣਾ ਹੈ ਬੱਚਿਆਂ ਨੂੰ ਚੁੱਪ ਕਰਾਓ। ਜਥੇਦਾਰ ਸਾਹਿਬ ਨੇ ਪਹਿਲਾਂ ਹੀ ਅਨਾਉਂਸਮੈਂਟ ਕੀਤੀ ਹੈ ਤੁਸੀਂ ਕਦੇ ਵੱਡੇ ਸੰਤ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀਆਂ ਦਾ ਦੀਵਾਨ ਸਰਵਣ ਕਰਕੇ ਦੇਖੋ। ਸਾਧ ਸੰਗਤ ਜੀ ਸਾਰੀ ਦੁਨੀਆ ਇਹ ਗੱਲ ਮੰਨਦੀ ਹੈ
कि जदों संत महाराज अपने प्रवचन करिया करदे सन तां संगत दी साह लैण दी आवाज़ भी नहीं सी आया करदी। संगत चित विरती नूं इकागर करके बैठिया करदी, देश काल वस्तु भुल जाया करदी सी। जदों राड़ा साहब वाले वड्डे संत महाराज प्रवचन करिया करदे सन, प्रवचन दीवान गुरमत विचारां तां ओही हन, पर जे संगत विच आ करके बोलदी है ਜਾਂ ਰੌਲਾ ਪਾਉਂਦੀ ਹੈ ਤਾਂ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਇਹਨਾਂ ਨੇ ਸਤ ਸੰਗਤ ਨਹੀਂ ਕੀਤਾ। ਕਿਉਂਕਿ ਹਰ ਜਸ ਚਲਤੇ ਜੋ ਬਾਤ ਚਲਾਵੇ ਇਹਾਂ ਊਹਾਂ ਠੌਰ ਨਾ ਪਾਵੇ। ਜਦੋਂ ਸਾਨੂੰ ਸਤ ਸੰਗਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਸਾਨੂੰ ਧਿਆਨ ਦੀ ਇਕਾਗਰਤਾ ਜ਼ਰੂਰੀ ਹੈ, ਮਨ ਦੀ ਸ਼ਾਂਤੀ ਜ਼ਰੂਰੀ ਹੈ। ਭਟਕਣਾ ਖਤਮ ਕਰਕੇ ਫਿਰ ਸਾਨੂੰ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਜੁੜ ਕੇ ਬੈਠਣਾ ਚਾਹੀਦਾ ਹੈ। ਸੋ ਅਸੀਂ ਦੱਸ ਰਹੇ ਸਾਂ ਕਿ ਸਾਧ ਸੰਗਤ ਜੀ ਜੇ ਬਹੁਤਾ ਨਹੀਂ ਤਾਂ 4 ਪ੍ਰਕਾਰ ਦੇ ਸਰੋਤੇ ਹੋਇਆ ਕਰਦੇ ਹਨ। ਉਹਨਾਂ ਸਰੋਤਿਆਂ ਦੇ ਵਿੱਚ ਜ਼ਿਕਰ ਆਉਂਦਾ ਹੈ, ਪਹਿਲਾ ਊਂਗੇ ਸਰੋਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਆ ਤਾਂ ਜਾਂਦੇ ਹਨ ਪਰ ਸਾਧ ਸੰਗਤ ਆ ਕਰਕੇ ਇੱਧਰ ਉੱਧਰ ਖਿਆਲ ਰੱਖਦੇ ਹਨ, ਚਿੱਤ ਵਿਰਤੀ ਸਥਿਰ ਨਹੀਂ ਰੱਖਦੇ ਹਨ, ਮਨ ਦੀ ਭਟਕਣਾ ਵਿੱਚ ਰਹਿੰਦੇ ਹਨ, ਸੰਸਾਰੀ ਗੱਲਾਂ ਸੋਚਦੇ ਦੀਵਾਨ ਵਿੱਚ ਬੈਠੇ ਸਤ ਸੰਗਤ ਦੇ ਵਿੱਚ ਬੈਠੇ ਊਂਘਣ ਲੱਗ ਜਾਂਦੇ ਹਨ। ਉਹ ਲੋਕ ਲਾਹਾ ਪ੍ਰਾਪਤ ਕਿਵੇਂ ਕਰ ਸਕਦੇ ਹਨ? ਉਹਨਾਂ ਦੇ ਉੱਤੇ ਕਿਰਪਾ ਹੀ ਨਹੀਂ ਹੋ ਸਕਦੀ। ਉਹ ਸੌਂ ਕੇ ਸਮਾਂ ਬਰਬਾਦ ਕਰਕੇ ਵਾਪਸ ਚਲੇ ਜਾਇਆ ਕਰਦੇ ਹਨ। ਇਹ ਪਹਿਲੀ ਪ੍ਰਕਾਰ ਦੇ ਸਰੋਤੇ ਮੰਨੇ ਜਾਂਦੇ ਹਨ। ਦੂਜੇ ਸਰੋਤੇ ਹੋਇਆ ਕਰਦੇ ਹਨ ਸੂੰਘੇ। ਸਾਧ ਸੰਗਤ ਵਿੱਚ ਤਾਂ ਆਉਂਦੇ ਹਨ, ਸੰਗਤ ਵਿੱਚ ਤਾਂ ਬੈਠਦੇ ਹਨ, ਪਰ ਉਹ ਦੇਖਦੇ ਹਨ ਜਿਹੜੇ ਕਥਾ ਕੀਰਤਨ ਕਰਨ ਆਏ ਨੇ ਇਹ ਕਿਹੋ ਜਿਹੇ ਹਨ, ਇਹ ਕੌਣ ਹਨ, ਇਹਨਾਂ ਦਾ ਪਹਿਰਾਵਾ ਕਿੱਦਾਂ ਦਾ ਹੈ, ਇਹਨਾਂ ਦੀ ਬੋਲ ਚਾਲ, ਇਹਨਾਂ ਦੀ ਰਹਿਣੀ ਵਹਿਣੀ ਕਿੱਦਾਂ ਦੀ ਹੈ। ਸੁੰਘਦੇ ਫਿਰਦੇ ਹਨ, ਫਿਰ ਵਿੱਚ ਔਗਣ ਦੇਖਦੇ ਹਨ। ਇਹਨਾਂ ਦਾ ਆ ਔਗਣ ਸਾਨੂੰ ਚੰਗਾ ਨਹੀਂ ਲੱਗਿਆ, ਫਿਰ ਉਹਨੂੰ ਦੁਨੀਆ ਦੇ ਵਿੱਚ ਫੈਲਾਉਂਦੇ ਹਨ ਕਿ ਇਹ ਜੋ ਕੀਰਤਨੀਏ ਜਾਂ ਪ੍ਰਚਾਰਕ ਜਾਂ ਕਥਾਗਰ ਕਥਾਵਾਚਕ ਆਏ ਇਹਨਾਂ ਦੇ ਵਿੱਚ ਸਾਨੂੰ ਆ ਔਗਣ ਲੱਗੇ, ਇਹ ਚੰਗੇ ਗੁਣ ਨਹੀਂ ਸਨ। ਉਹਨਾਂ ਨੂੰ ਸੂੰਘੇ ਕਿਹਾ ਜਾਂਦਾ ਹੈ। ਤੀਜੇ ਹੁੰਦੇ ਹਨ ਖੂੰਘੇ। ਸੰਗਤ ਵਿੱਚ ਬੈਠ ਜਾਂਦੇ ਹਨ, ਸੰਗਤ ਵਿੱਚ ਬੈਠ ਕੇ ਇੱਧਰ ਉੱਧਰ ਦੇਖਦੇ ਹਨ। ਜੋ ਪਰਮਾਰਥੀ ਪ੍ਰਵਚਨ ਹੁੰਦੇ ਹਨ ਬ੍ਰਹਮ ਗਿਆਨ ਦੇ, ਇਹ ਸਮਝ ਤਾਂ ਆਇਆ ਨਹੀਂ ਕਰਦੇ ਹਰ ਇੱਕ ਨੂੰ। ਉਹਨਾਂ ਨੂੰ ਇਹ ਬਚਨ ਸਮਝਣੇ ਬੜੇ ਮੁਸ਼ਕਲ, ਬੜੇ ਮੋਹਾਲ ਲੱਗਦੇ ਹਨ। ਫਿਰ ਉਹ ਇੱਕ ਦੂਜੇ ਵੱਲ ਦੇਖ ਕੇ ਖੰਘਣਾ ਸ਼ੁਰੂ ਕਰ ਦਿੰਦੇ ਹਨ, ਕਿਸੇ ਦੇ ਕੂਣੀ ਮਾਰਨੀ ਸ਼ੁਰੂ ਕਰ ਦਿੰਦੇ ਹਨ। ਸਾਡਾ ਕਹਿਣ ਤੋਂ ਭਾਵ ਕਿ ਕਿਸੇ ਨਾ ਕਿਸੇ ਬਹਾਨੇ ਸਿਰ ਉਹ ਉੱਠ ਕੇ ਚਲੇ ਜਾਂਦੇ ਹਨ। ਖੰਘਦੇ ਹਨ, ਬਿਨਾਂ ਮਤਲਬ ਤੋਂ ਖੰਘਦੇ ਹਨ, ਫਿਰ ਆਪ ਉੱਠ ਕੇ ਚਲੇ ਜਾਂਦੇ ਹਨ, ਫਿਰ ਬਾਹਰ ਖੜ ਕੇ ਦੂਸਰਿਆਂ ਨੂੰ ਇਸ਼ਾਰਾ ਕਰਦੇ ਹਨ, ਤੂੰ ਵੀ ਆ ਜਾ, ਤੂੰ ਸਤ ਸੰਗਤ ਦੇ ਵਿੱਚ ਬੈਠਾ ਕੀ ਕਰ ਰਿਹਾ ਹੈ। ਇਸ ਤਰੀਕੇ ਸਿਰ ਸਾਧ ਸੰਗਤ ਇਹ 3 ਪ੍ਰਕਾਰ ਦੇ ਸਰੋਤੇ ਹੋ ਗਏ। ਚੌਥੇ ਹੁੰਦੇ ਹਨ ਚੂੰਘੇ। ਚੂੰਘੇ ਸਰੋਤਿਆਂ ਦਾ ਮਤਲਬ ਹੈ ਜਦੋਂ ਮਹਾਂਪੁਰਖ ਪ੍ਰਵਚਨ ਦੇ ਰਹੇ ਹਨ, ਵਿਦਵਾਨ ਸੱਜਣ ਪ੍ਰਵਚਨ ਸੁਣਾ ਰਹੇ ਹਨ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਜਿਹੜੀਆਂ ਉਹਨਾਂ ਨੇ ਅੱਖਾਂ ਦੇ ਨਾਲ ਪਰਮੇਸ਼ਰ ਦੀਆਂ ਸ਼ਕਤੀਆਂ ਭਗਤੀਆਂ ਦੇਖੀਆਂ, ਮਹਾਂਪੁਰਸ਼ ਉਹੀ ਪ੍ਰਵਚਨ ਸਾਨੂੰ ਸੁਣਾਉਂਦੇ ਹਨ। ਫਿਰ ਉਹ ਅੱਖਾਂ ਬੰਦ ਕਰ ਲੈਂਦੇ ਹਨ, ਚੌਂਕੜਾ ਲਗਾ ਲੈਂਦੇ ਹਨ, ਸਮਾਧੀ 'ਚ ਲੀਨ ਹੋ ਜਾਂਦੇ ਹਨ
ਜਿੱਦਾਂ ਜਿੱਦਾਂ ਦੇ ਪ੍ਰਵਚਨ ਹੁੰਦੇ ਜਾਂਦੇ ਹਨ, ਉਹਨਾਂ ਪ੍ਰਵਚਨਾਂ ਨੂੰ ਬੜੇ ਪ੍ਰੇਮ ਦੇ ਨਾਲ ਸੁਣਦੇ ਜਾਂਦੇ ਹਨ। ਇੱਕ ਵੀ ਬਚਨ ਨੂੰ ਮਿਸ ਨਹੀਂ ਕਰਦੇ। ਜਿੰਨੇ ਵੀ ਪ੍ਰਵਚਨ ਹੁੰਦੇ ਉਹਨਾਂ ਨੂੰ ਲੱਗਦਾ ਹੈ ਇਹ ਮਹਾਪੁਰਸ਼ ਇਹ ਸਾਰੀਆਂ ਗੱਲਾਂ ਮੈਨੂੰ ਕਹਿ ਰਹੇ ਹਨ, ਇਹ ਪ੍ਰਵਚਨ ਮੇਰੇ ਵਾਸਤੇ ਹੋ ਰਹੇ ਹਨ। ਇਸ ਤਰੀਕੇ ਸਿਰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਜਿਤਨੇ ਪ੍ਰਵਚਨ ਸੁਣਦੇ ਹਨ ਉਹ ਸਾਰੇ ਪ੍ਰਵਚਨਾਂ ਦਾ ਲਾਹਾ ਲੈ ਕੇ ਜਾਂਦੇ ਹਨ। ਚੁੰਗੇ ਤੋਂ ਭਾਵ ਜਿਵੇਂ ਅਸੀਂ ਮੱਝ ਜਾਂ ਗਾਂ ਦੇ ਥੱਲੇ ਉਸ ਦਾ ਕਟਰੂ ਜਾਂ ਬਛਰੂ ਛੋੜਦੇ ਹਾਂ, ਸਾਧ ਸੰਗਤ ਤੋਂ ਬਛਰੂ ਜਦੋਂ ਦੁੱਧ ਛਕ ਲੈਂਦਾ ਹੈ ਤਾਂ ਅਸੀਂ ਉਸ ਨੂੰ ਖਿੱਚਦੇ ਹਾਂ ਰੱਸੀ ਤੋਂ ਪਕੜ ਕੇ। ਉਹ ਕਟਰੂ ਕਦੇ ਡਿੱਗ ਜਾਂਦਾ ਹੈ, ਕਦੇ ਉੱਠ ਜਾਂਦਾ ਹੈ, ਪਰ ਆਪਣੇ ਮੁੱਖ ਦੇ ਵਿੱਚੋਂ ਗਾਂ ਜਾਂ ਮੱਝ ਦਾ ਥਣ ਨਹੀਂ ਛੋੜਿਆ ਕਰਦਾ। ਹੋਰ ਜ਼ਿਆਦਾ ਪ੍ਰੇਮ ਦੇ ਨਾਲ ਉਹ ਦੁੱਧ ਛਕਣ ਦਾ ਪ੍ਰਯਤਨ ਕਰਦਾ ਹੈ। ਅਸੀਂ ਉਹਨੂੰ ਖਿੱਚ ਕੇ ਪਰੇ ਲਿਜਾਂਦੇ ਹਾਂ। ਭਾਵ ਕਿ ਚਾਹੇ ਊਂਗਾ ਪੁਰਸ਼ ਆ ਜਾਏ, ਚੁੰਗੇ ਪੁਰਸ਼ ਦੀ ਬਿਰਤੀ ਨੂੰ ਹਿਲਾ ਨਹੀਂ ਸਕਦਾ। ਚਾਹੇ ਸੂੰਗਾ ਪੁਰਸ਼ ਆ ਜਾਏ, ਉਹ ਵੀ ਚੁੰਗੇ ਪੁਰਸ਼ ਦੀ ਬਿਰਤੀ ਨੂੰ ਹਿਲਾ ਨਹੀਂ ਸਕਦਾ। ਚਾਹੇ ਖੂੰਗਾ ਪੁਰਸ਼ ਆ ਜਾਏ ਕਿ ਚੱਲ ਉੱਠ ਆਪਾਂ ਬਾਹਰ ਚੱਲਦੇ ਹਾਂ, ਆਪਾਂ ਨਹੀਂ ਦੀਵਾਨ ਵਿੱਚ ਬੈਠਣਾ, ਆਪਾਂ ਨਹੀਂ ਕਥਾ ਸੁਣਨੀ। ਫਿਰ ਜਿਹੜਾ ਚੁੰਗਾ ਪੁਰਸ਼ ਹੈ ਨਾ, ਜਿਹੜਾ ਚਿੱਤ ਬਿਰਤੀ ਇਕਾਗਰ ਕਰਕੇ ਬੈਠਾ ਹੈ, ਸਾਧ ਸੰਗਤ ਬਿਰਤੀ ਲਾਉਣ ਵਾਲੇ ਤਾਂ ਜਦੋਂ ਟੀਵੀ ਤੇ, ਜਦੋਂ ਸੀਡੀ ਦੇ ਵਿੱਚ ਜਾਂ ਜਦੋਂ ਪੈਨ ਡਰਾਈਵ ਵਗੈਰਾ ਲਗਾ ਕੇ ਤੁਸੀਂ ਕਥਾ ਸੁਣਦੇ ਹੋ ਨਾ, ਬਿਰਤੀ ਲਾਉਣ ਵਾਲੇ ਤਾਂ ਉੱਥੇ ਵੀ ਸਮਾਧੀ ਲਾ ਕੇ ਬਹਿ ਜਾਂਦੇ ਹਨ। ਉੱਥੇ ਵੀ ਚਿੱਤ ਕਰਦੇ ਕਿ ਪ੍ਰਵਚਨ ਸੁਣੀ ਜਾਈਏ, ਇਹਨਾਂ ਪ੍ਰਵਚਨਾਂ ਨੂੰ ਮਿਸ ਨਾ ਹੋਣ ਦਈਏ। ਕੱਲਾ ਕੱਲਾ ਬਚਨ ਅਸੀਂ ਸੁਣ ਕੇ ਅਸੀਂ ਲਾਹਾ ਪ੍ਰਾਪਤ ਕਰੀਏ। ਸੋ ਆਪਾਂ ਸਵੇਰ ਤੋਂ ਲੈ ਕਰਕੇ ਇਹ ਲਾਹਾ ਪ੍ਰਾਪਤ ਕਰ ਰਹੇ ਹਾਂ। ਸਾਡੇ ਵੱਡੇ ਭਾਗ, ਉੱਤਮ ਅਤੇ ਸ੍ਰੇਸ਼ਟ ਭਾਗ ਹਨ। ਸਾਧ ਸੰਗਤ ਜੀ, ਅਸੀਂ ਪਿਛਲੇ ਲੰਮੇ ਸਮੇਂ ਤੋਂ ਲੈ ਕਰਕੇ ਸਤਿਗੁਰਾਂ ਦੀ ਅਲਾਹੀ ਬਾਣੀ, ਸਹਿਸਕ੍ਰਿਤੀ ਬਾਣੀ ਦੇ ਅਰਥ ਪ੍ਰਾਰੰਭ ਕੀਤੇ ਹੋਏ ਹਨ। ਜਿੱਥੇ ਜਿੱਥੇ ਵੀ ਸਾਨੂੰ ਸਿੱਖ ਸੰਗਤਾਂ ਬੁਲਾਉਂਦੀਆਂ ਅਸੀਂ ਜਾਂਦੇ ਹਾਂ, ਉੱਥੇ ਅਸੀਂ ਸਹਿਸਕ੍ਰਿਤੀ ਬਾਣੀ ਦੇ ਅਰਥ ਕਰਦੇ ਹਾਂ। ਜਿਹੜੀ ਬਾਣੀ ਸੁਣਨ ਵਾਲਿਆਂ ਨੂੰ, ਪੜ੍ਹਨ ਵਾਲਿਆਂ ਨੂੰ ਬੜੀ ਮੁਸ਼ਕਲ, ਬੜੀ ਔਖੀ, ਬੜੀ ਮਹਿੰਗੀ ਬਾਣੀ ਲੱਗਦੀ ਹੈ, ਅਸੀਂ ਉਹਨਾਂ ਸ਼ਬਦਾਂ ਦੀ ਵਿਆਖਿਆ ਕਰਦੇ ਹਾਂ। ਅੱਜ ਆਪਾਂ ਇੱਥੇ ਰੋਲੂ ਮਾਜਰੇ ਵਿੱਚ ਹਾਂ ਔਰ ਇੱਥੇ ਅਸੀਂ 1355 ਨੰਬਰ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਔਰ ਸਾਧ ਸੰਗਤ ਜੀ ਹੁਣ ਤੱਕ ਅਸੀਂ 17 ਸ਼ਲੋਕ ਵਿਚਾਰ ਲਏ ਹਨ ਸਹਿਸਕ੍ਰਿਤੀ ਬਾਣੀ ਦੇ। ਜੇ ਕਿਸੇ ਨੇ ਪਿਛਲੀਆਂ ਵਿਚਾਰਾਂ ਵੀ ਸੁਣਨੀਆਂ ਹੋਣ ਤਾਂ ਸੰਤ ਆਸ਼ਰਮ ਚੈਨਲ ਹੈ YouTube ਤੇ ਔਰ Facebook ਤੇ, ਤੁਸੀਂ ਉੱਥੇ ਜਾ ਕੇ ਵੀ ਸੁਣ ਸਕਦੇ ਹੋ ਆਨਲਾਈਨ। ਔਰ ਨਹੀਂ ਤਾਂ ਜਿਹੜੀ ਲਾਈਵ ਸੰਗਤ ਸੁਣਦੀ ਹੈ, ਬਹੁਤ ਸਾਰੇ ਪ੍ਰੇਮੀ ਜਨ ਲਾਈਵ ਜੁੜ ਕੇ ਲਾਹਾ ਪ੍ਰਾਪਤ ਕਰਦੇ ਹਨ। ਅਸੀਂ ਸਭ ਨੂੰ ਬੇਨਤੀ ਕਰਦੇ ਹਾਂ, ਸੁਣੋ ਅਤੇ ਸਭ ਸੰਗਤਾਂ ਨੂੰ ਸੁਣਾਉਣ ਦਾ ਪ੍ਰਯਤਨ ਕਰੋ। ਸੰਤ ਆਸ਼ਰਮ ਚੈਨਲ ਤੇ ਆਪਾਂ ਅੱਜ ਕਥਾ ਆਰੰਭ ਕਰਦੇ ਹਾਂ 18ਵੇਂ ਸ਼ਲੋਕ ਦੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਜੇ ਹੋਏ ਹਨ। ਸਤਿਗੁਰਾਂ ਦੇ ਪਾਸ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਆ ਗਏ। ਆ ਕਰਕੇ ਬੇਨਤੀ ਕਰਦੇ ਹਨ, ਸੱਚੇ ਪਾਤਸ਼ਾਹ ਸਾਡੇ ਬਜ਼ੁਰਗ ਚੜ੍ਹਾਈ ਕਰ ਗਏ, ਸਾਡਾ ਮਨ ਉਦਾਸ ਹੋ ਗਿਆ ਬਹੁਤ ਜ਼ਿਆਦਾ, ਕਿਰਪਾ ਕਰਕੇ ਸਾਡੇ ਮਨ ਨੂੰ ਆਸਰਾ ਦਿਓ, ਦਿਲਾਸਾ ਦਿਓ, ਸਾਡਾ ਮਨ ਭਟਕਣਾ ਤੋਂ ਉੱਪਰ ਉੱਠ ਜਾਏ ਅਤੇ ਪੂਰਨ ਤੌਰ ਤੇ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜ ਜਾਵੇ। ਹੁਣ ਜਿਵੇਂ ਹਰੀ ਲਾਲ ਔਰ ਕ੍ਰਿਸ਼ਨ ਲਾਲ ਬੇਨਤੀਆਂ ਕਰਦੇ ਹਨ ਔਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀਆਂ ਬੇਨਤੀਆਂ ਦੇ ਜਵਾਬ ਗੁਰਮਤ ਅਨੁਸਾਰ ਦਿੰਦੇ ਹਨ। ਆਪਾਂ ਸੁਣਨਾ ਕਰੀਏ ਭਾਈ। ਘੋਰ ਦੁਖਿਅੰ ਅਨਕ ਖਤਿਅੰ ਜਨਮ ਦਰਿਦ੍ਰਿਅੰ ਮਹਾ ਵਿਖਿਆਦੰ। ਹੁਣ ਬੇਨਤੀਆਂ ਕਰਦੇ ਹਨ ਮਹਾਰਾਜ, ਸਭ ਤੋਂ ਵੱਡੇ ਦੁੱਖ ਦੁਨੀਆ ਦੇ ਉੱਤੇ ਕਿਹੜੇ ਨੇ? ਸਭ ਤੋਂ ਵੱਡੇ ਪਾਪ ਦੁਨੀਆ ਦੇ ਉੱਤੇ ਕਿਹੜੇ ਹਨ? ਤਾਂ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਦੱਸਦੇ ਹਨ। ਕਹਿੰਦੇ ਐ ਸੱਜਣੋ,
ਦੁਨੀਆ ਦੇ ਉੱਤੇ ਸਭ ਤੋਂ ਵੱਡੇ ਦੁੱਖ, ਸਭ ਤੋਂ ਵੱਡੇ ਕਸ਼ਟ ਅਸੀਂ ਤੁਹਾਨੂੰ ਦੱਸਦੇ ਹਾਂ ਕਿਹੜੇ ਹਨ। ਐ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਦੁਨੀਆ ਦੇ ਉੱਤੇ ਸਭ ਤੋਂ ਵੱਡਾ ਦੁੱਖ ਹੈ ਕਿਸੇ ਨੂੰ ਕੋਹੜ ਦਾ ਰੋਗ ਹੋ ਜਾਣਾ। ਦੂਸਰੇ ਨੰਬਰ ਤੇ ਕਿਹਾ ਜਾਂਦਾ ਹੈ ਗਊ ਮਾਰ ਦੇਣੀ, ਲੜਕੀ ਦਾ ਕਤਲ ਕਰ ਦੇਣਾ, ਕਿਸੇ ਸਾਧੂ ਸੰਤ ਬ੍ਰਹਮ ਗਿਆਨੀ ਮਹਾਪੁਰਸ਼ ਨੂੰ ਮਾਰ ਦੇਣਾ, ਕਤਲ ਕਰ ਦੇਣਾ। ਇਹ ਸਭ ਤੋਂ ਵੱਡੇ ਦੋਸ਼ ਮੰਨੇ ਗਏ ਹਨ। ਕਿਸੇ ਘਰ ਦੇ ਵਿੱਚ ਅੰਤਾਂ ਦੇ ਗਰੀਬ ਘਰ ਦੇ ਵਿੱਚ ਪੈਦਾ ਹੋ ਜਾਣਾ, ਜਨਮ ਤੋਂ ਲੈ ਕੇ ਮਰਨ ਤੱਕ ਦਲਿਦਰੀ ਹੋ ਕੇ ਰਹਿਣਾ, ਅੰਤਾਂ ਦੇ ਦੁਖੀ ਹੋ ਕੇ ਰਹਿਣਾ, ਇਹ ਸਭ ਦੁਨੀਆ ਦੇ ਸਭ ਤੋਂ ਵੱਡੇ ਦੁੱਖ, ਦਰਿਦਰ, ਵਿਖਿਆਤ ਮੰਨੇ ਗਏ ਹਨ। ਸਾਧ ਸੰਗਤ, ਅਸੀਂ ਸਾਰੀ ਜ਼ਿੰਦਗੀ ਕਦੇ ਪਰਮੇਸ਼ਰ ਦੇ ਨਾਲ ਲੜਦੇ ਹਾਂ, ਕਦੇ ਪਰਮੇਸ਼ਰ ਦੇ ਨਾਲ ਬੋਲਦੇ ਹਾਂ, ਪਰ ਕਦੇ ਆਪਣੇ ਕਰਮਾਂ ਵੱਲ ਖਿਆਲ ਨਹੀਂ ਕੀਤਾ ਕਿ ਮੇਰੇ ਕਰਮਾਂ ਦੇ ਵਿੱਚ ਧਨ ਪਦਾਰਥ ਕਿਉਂ ਨਹੀਂ ਹੈ, ਮੇਰੇ ਕਰਮਾਂ ਵਿੱਚ ਪੈਸਾ ਕਿਉਂ ਨਹੀਂ ਹੈ। ਦੁਨੀਆ ਤੇ ਲੋਕੀ ਚਾਹ ਵੇਚਣ ਵਾਲੇ ਮੰਤਰੀ ਸੰਤਰੀ ਬਣ ਗਏ, ਅਸੀਂ ਉੱਥੇ ਦੇ ਉੱਥੇ ਕਿਉਂ ਖੜੇ ਹਾਂ। ਸਾਧ ਸੰਗਤ, ਇਹਨਾਂ ਚੀਜ਼ਾਂ ਵੱਲ ਖਿਆਲ ਕਰਨਾ ਚਾਹੀਦਾ ਹੈ। ਮੈਂ ਜੱਦਾ ਜਨਮਿਆ ਹਾਂ, ਜੱਦਾ ਗਰੀਬ ਕਿਉਂ ਹਾਂ, ਮੈਂ ਕਸ਼ਟਾਂ ਭਰੀ ਜ਼ਿੰਦਗੀ ਕਿਉਂ ਬਤੀਤ ਕਰਦਾ ਹਾਂ, ਮੇਰੇ ਨਾਲ ਦੇ ਮਿਹਨਤ ਕਰਨ ਵਾਲਿਆਂ ਨੇ ਅੱਵਲ ਦਰਜੇ ਦੇ ਕੰਮ ਚਲਾ ਲਏ, ਮੈਂ ਉੱਥੇ ਦਾ ਉੱਥੇ ਹੀ ਕਿਉਂ ਖੜਾ। ਸਾਧ ਸੰਗਤ, ਇਹਨਾਂ ਪ੍ਰਵਚਨਾਂ ਨੂੰ ਜੇ ਅਸੀਂ ਇੱਕ ਛੋਟਾ ਜਿਹਾ ਸਾਖੀ ਪ੍ਰਮਾਣ ਦੇ ਦਈਏ ਤਾਂ ਤੁਸੀਂ ਬੜੇ ਪ੍ਰੇਮ ਦੇ ਨਾਲ ਸਮਝ ਜਾਓਗੇ। ਅੱਜ ਇੱਕ ਗਰੀਬ ਲੱਕੜਹਾਰਾ ਲੱਕੜਾਂ ਕੱਟ ਰਿਹਾ ਹੈ। ਆਪ ਜੀ ਧਿਆਨ ਦਿਓਗੇ, ਆਪ ਜੀ ਨੂੰ ਬੜਾ ਆਨੰਦ ਪ੍ਰਾਪਤ ਹੋਏਗਾ। ਆਪ ਜੀ ਸਾਰੇ ਪ੍ਰਵਚਨ ਆਪਣੀ ਜ਼ਿੰਦਗੀ ਤੇ ਲਗਾ ਕੇ ਦੇਖੋਗੇ, ਇੱਥੋਂ ਤੱਕ ਵੀ ਹੋਏਗਾ ਮਨ ਵੈਰਾਗ ਦੇ ਹੰਝੂਆਂ ਦੇ ਨਾਲ ਭਰ ਜਾਏਗਾ। ਉਹ ਮਨਾ, ਆ ਤਾਂ ਮੇਰੀ ਉਹ ਸਾਰੀ ਕਹਾਣੀ ਸੁਣਾ ਦਿੱਤੀ ਮਹਾਪੁਰਸ਼ਾਂ ਨੇ, ਆ ਤਾਂ ਮੇਰਾ ਹੀ ਜੀਵਨ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ। ਇੱਕ ਗਰੀਬ ਲੱਕੜਹਾਰਾ ਲੱਕੜੀਆਂ ਕੱਟ ਰਿਹਾ ਹੈ, ਅੰਤਾਂ ਦੀ ਧੁੱਪ ਹੈ, ਸਰੀਰ ਦੇ ਉੱਤੇ ਵਸਤਰ ਪਹਿਨੇ ਹੋਏ, ਸਿਰ ਤੋਂ ਪੈਰਾਂ ਤੱਕ ਗਰਮੀ ਦੇ ਨਾਲ ਭਿੱਜੇ ਹੋਏ ਹਨ, ਲੱਕੜੀਆਂ ਕੱਟ ਰਿਹਾ ਹੈ। ਉਧਰ ਕਰਮ ਅਤੇ ਮਾਇਆ ਆਪਸ ਵਿੱਚ ਝਗੜਾ ਕਰ ਰਹੇ ਹਨ। ਕਰਮ ਕਹਿ ਰਹੇ ਹਨ ਅਸੀਂ ਵੱਡੇ ਹਾਂ, ਮਾਇਆ ਕਹਿ ਰਹੀ ਹੈ ਮੈਂ ਵੱਡੀ ਹਾਂ। ਆਪਸ ਦੇ ਵਿੱਚ ਝਗੜਾ ਹੋ ਰਿਹਾ ਹੈ ਅੰਤਾਂ ਦਾ। ਕਰਮ ਕਹਿੰਦੇ ਐ ਮਾਇਆ, ਜੇ ਤੂੰ ਅੰਤਾਂ ਦੀ ਵੱਡੀ ਹੈ, ਤੂੰ ਕਿਸੇ ਦੇ ਪਾਸ ਚਲੀ ਜਾਏ ਉਹਨੂੰ ਅਮੀਰ ਬਣਾ ਸਕਦੀ ਹੈ, ਤਾਂ ਉਹ ਜਿਹੜਾ ਲੱਕੜਹਾਰਾ ਲੱਕੜੀਆਂ ਕੱਟ ਰਿਹਾ ਹੈ, ਤੂੰ ਉਹਨੂੰ ਅਮੀਰ ਕਰਕੇ ਦਿਖਾ। ਉਹ ਕਹਿੰਦੀ ਗੱਲ ਹੀ ਕੋਈ ਨਹੀਂ, ਮਾਇਆ ਤਾਂ ਇੱਕ ਵਾਰੀ ਜਿਹਦੇ ਕੋਲ ਪਹੁੰਚ ਜਾਏ ਉਹਦੇ ਆਂਢ ਗਮਾਂਢ ਚੋਂ ਵੀ ਗਰੀਬੀ ਚੱਕ ਦਿਆ ਕਰਦੀ ਹੈ। ਇਹ ਤਾਂ ਹੈ ਹੀ ਕੋਈ ਬਾਹਲੀ ਔਖੀ ਜਾਂ ਦੁੱਖਦਾਈ ਗੱਲ ਨਹੀਂ ਹੈ। ਅਸੀਂ ਆ ਦੇਖੋ, ਅਸੀਂ ਤੈਨੂੰ ਅਮੀਰ ਕਰਕੇ ਦਿਖਾਉਂਦੇ ਹਾਂ। ਕਰਮਾਂ ਦੇ ਨਾਲ ਮਾਇਆ ਦੀ ਲੜਾਈ ਹੋਈ। ਮਾਇਆ ਇੱਕ ਬਜ਼ੁਰਗ ਮਾਤਾ ਦਾ ਰੂਪ ਧਾਰਨ ਕਰਕੇ ਉਸ ਲੱਕੜਹਾਰੇ ਦੇ ਪਾਸ ਪਹੁੰਚ ਜਾਂਦੀ ਹੈ। ਜਾ ਕੇ ਕਹਿੰਦੀ ਹੈ, ਆ ਲੈ, ਮੈਂ ਤੇਰੇ ਨਾਲ ਤੇਰੇ ਦੁੱਖ ਵੰਡਾਉਣ ਵਾਸਤੇ ਪਹੁੰਚ ਗਈ ਹਾਂ, ਮੈਂ ਤੇਰੇ ਬਰਾਬਰ ਖੜੀ ਹਾਂ, ਤੇਰੇ ਸਭ ਦੁੱਖ ਕੱਟ ਦਿਆਂਗੀ, ਤੂੰ ਲੱਕੜਾਂ ਕੱਟਣੀਆਂ ਬੰਦ ਕਰ, ਆ ਮੇਰੇ ਪਾਸ ਬੈਠ, ਦੋ ਗੱਲਾਂ ਕਰ ਮੇਰੇ ਨਾਲ। ਲੱਕੜਹਾਰਾ ਵਿਚਾਰਾ ਸਵੇਰ ਦਾ ਲੱਕੜਾਂ ਕੱਟ ਰਿਹਾ ਸੀ, ਅੰਤਾਂ ਦਾ ਦੁਖੀ ਹੋ ਰਿਹਾ ਸੀ। ਉਹ ਕਹਿੰਦਾ ਕੀ ਗੱਲ ਕਰਾਂ ਮਾਈ ਤੇਰੇ ਨਾਲ, ਮੈਂ ਮੇਰੇ ਵਰਗਾ ਦੁਖੀ ਇਨਸਾਨ ਸਾਰੀ ਦੁਨੀਆ ਤੇ ਨਹੀਂ ਹੋਣਾ। ਮੈਂ ਜੱਦਾ ਸੁਰਤ ਸੰਭਾਲੀ ਹੈ, ਕੰਮਕਾਰ ਸੰਭਾਲਿਆ ਹੈ, ਅੰਤਾਂ ਦਾ ਗਰੀਬ ਹਾਂ।
ਇੰਨਾ ਪੈਸਾ ਕਮਾਉਣਾ ਪਤਾ ਨਹੀਂ ਕਿੱਥੇ ਜਾਂਦਾ ਹੈ। ਇਹ ਸਾਰੇ ਦਾ ਸਾਰਾ ਧਨ ਪਦਾਰਥ ਪਤਾ ਨਹੀਂ ਧਰਤੀ 'ਚ ਗਰਕ ਹੋ ਜਾਂਦਾ ਹੈ ਕਿ ਅਸਮਾਨ ਖਾ ਜਾਂਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ। ਉਹ ਮਾਈ ਕਹਿਣ ਲੱਗੀ ਤੂੰ ਮੇਰੇ ਨਾਲ ਗੱਲਾਂ ਕਰ ਬਹਿ ਕੇ। 5 7 10 ਮਿੰਟ ਗੱਲਾਂ ਕੀਤੀਆਂ। ਉਹਨੂੰ ਦਿਲਾਸਾ ਦੇਣ ਵਾਲੇ ਬਚਨ ਕੀਤੇ। ਇੱਕ ਲਾਲ ਕੱਢਿਆ, ਅਨਮੋਲ ਹੀਰਾ ਰਤਨ ਲਾਲ ਜਵਾਹਰਾਤ ਮਹਿੰਗੀਆਂ ਵਸਤੂਆਂ ਦੇ ਨਾਮ ਨੇ। ਇੱਕ ਲਾਲ ਕੱਢਿਆ, ਕਹਿੰਦੀ ਆ ਲੈ, ਮੈਂ ਤੈਨੂੰ ਇੱਕ ਲਾਲ ਦੇ ਕੇ ਜਾਨੀ ਆ। ਇਹ ਲਾਲ ਲੱਖਾਂ ਕਰੋੜਾਂ ਰੁਪਈਆਂ ਦਾ ਹੈ, ਇਹਨੂੰ ਵੇਚ ਦੇਈਂ, ਤੇਰੀ ਗਰੀਬੀ ਦੂਰ ਹੋ ਜਾਏਗੀ। ਚਾਹ ਨਹੀਂ ਚੱਕਿਆ ਜਾਂਦਾ। ਤੁਸੀਂ ਕਈ ਵਾਰੀ 100 ਰੁਪਈਆ ਲਾ ਕੇ ਲਾਟਰੀ ਬੰਪਰ ਨਹੀਂ ਲੈਂਦੇ, ਕਦੇ ਦੀਵਾਲੀ ਬੰਪਰ, ਕਦੇ ਵਿਸਾਖੀ ਬੰਪਰ, ਬਦਲ ਬਦਲ ਕੇ ਜਵਾਕਾਂ ਦੇ ਨਾਮਾਂ ਤੇ ਲੈਂਦੇ ਹੋ। ਮੇਰੀ ਕੁੜੀ ਕਰਮਾਂ ਵਾਲੀ, ਮੇਰਾ ਪੁੱਤਰ ਕਰਮਾਂ ਵਾਲਾ, ਇਹਦੇ ਨਾਮ ਤੇ ਲੈ ਲਵਾਂ, ਮੇਰੇ ਸਕੂਟਰ ਦਾ ਨੰਬਰ, ਮੇਰੇ ਮੋਟਰਸਾਈਕਲ ਦਾ ਨੰਬਰ। ਤੁਸੀਂ ਕਰਦੇ ਹੋ ਨਾ ਇਸ ਤਰ੍ਹਾਂ, ਸਾਡੀ ਗਰੀਬੀ ਕੱਟੀ ਜਾਏ। ਕਦੇ ਜਨਮ ਤਰੀਕਾਂ ਤੇ ਲੈਂਦੇ ਹੋ, ਕਦੇ ਨਾਮਾਂ ਤੇ ਲੈਂਦੇ ਹੋ, ਕਿੰਨਾ ਕੁਛ ਕਰਦੇ ਹੋ, ਪਰ ਮਿਲਦਾ ਕੀ? ਜਿਹੜਾ 100 ਤੁਹਾਡੇ ਕੋਲ ਸੀ ਉਹ ਵੀ ਜਾਂਦਾ ਲੱਗਿਆ, ਉਹ ਵੀ ਨਹੀਂ ਤੁਹਾਨੂੰ ਮਿਲਦਾ ਵਾਪਸ। ਹੁਣ ਇਸ ਨੇ ਇੱਕ ਲਾਲ ਲਿਆ, ਲਾਲ ਲੈ ਕਰਕੇ ਜੇਬੇ 'ਚ ਪਾਇਆ, ਨਮਸਕਾਰਾਂ ਕਰਦਾ, ਮਾਈ ਦਾ ਧੰਨਵਾਦ ਕਰਦਾ, ਐ ਕੁਹਾੜਾ ਸਿੱਟ ਦਿੱਤਾ ਪਰੇ। ਹੁਣ ਤਾਂ ਮੇਰੇ ਪਾਸ ਲਾਲ ਆ ਗਿਆ, ਲੱਖਾਂ ਕਰੋੜਾਂ ਦਾ ਮੈਂ ਮਾਲਕ ਬਣ ਗਿਆ, ਹੁਣ ਮੈਂ ਕਿਹਦੇ ਦੇਣ ਦਾ ਹਾਂ, ਕਿਹਦੇ ਲੈਣ ਦਾ ਹਾਂ। ਘਰ ਨੂੰ ਚੱਲ ਪਿਆ ਕੁਹਾੜਾ ਸਿੱਟ ਕੇ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਪਿਆਸ ਲੱਗਦੀ ਹੈ। ਨਦੀ ਦੇ ਕਿਨਾਰਿਓਂ ਦੀ ਲੰਘਿਆ ਜਾ ਰਿਹਾ ਸੀ। ਇੱਕਦਮ ਨਦੀ ਦੇ ਵਿੱਚ ਝੁਕਿਆ, ਵਿੱਚ ਨੂੰ ਵੜ ਕੇ ਐ ਦੋਨੋਂ ਬੁੱਕ ਹੱਥ ਜੋੜ ਕੇ ਬੁੱਕ ਬਣਾ ਕੇ ਜਦੋਂ ਪਾਣੀ ਪੀਣ ਲੱਗਿਆ, ਉਹਦੀ ਜੇਬੇ ਦੇ ਵਿੱਚ ਪਾਇਆ ਹੋਇਆ ਲਾਲ ਪਾਣੀ ਦੇ ਵਿੱਚ ਰੁੜ ਗਿਆ। ਪਾਣੀ ਜੀ ਰੁੜ ਗਿਆ। ਐ ਦੌੜ ਭੱਜ ਕਰਕੇ ਪਕੜਨ ਲੱਗਿਆ, ਉਹਦੇ ਵਿੱਚੋਂ ਇੱਕ ਮੱਛਲੀ ਆਈ। ਉਹ ਜੋ ਹੀਰਾ ਲਾਲ ਜਵਾਹਰਾਤ ਡਿੱਗਿਆ ਸੀ ਇੱਕਦਮ ਨਿਕਲ ਗਈ ਅੰਦਰ। ਤੁਸੀਂ ਸਿੱਟਦੇ ਨਹੀਂ ਕਈ ਵਾਰੀ ਕਈ ਚੀਜ਼ਾਂ, ਇੱਕਦਮ ਮੱਛੀ ਆ ਕੇ ਨਿਕਲ ਜਾਂਦੀ ਹੈ ਔਰ ਇੱਕਦਮ ਦੂਰ ਭੱਜ ਜਾਂਦੀ, ਦੌੜ ਜਾਂਦੀ ਹੈ। ਅਸੀਂ ਯਤਨ ਕਰਦੇ ਹਾਂ ਦੇਖਣ ਦਾ, ਆਹ ਮੱਛੀ ਨੇ ਦਾਣਾ ਖਾਧਾ ਕਿ ਉਹਨੇ ਪਹਿਚਾਣ ਨਹੀਂ ਆਉਂਦੀ। ਹੁਣ ਉਹ ਕਿੰਨੀਆਂ ਕੁ ਮੱਛੀਆਂ ਵੱਲ ਨਿਗਾਹ ਮਾਰੇ, ਕਿੰਨੀਆਂ ਕੁ ਮੱਛੀਆਂ ਦੇ ਵਿੱਚੋਂ ਪਰਖੇ ਕਿਹੜੀ ਮੱਛੀ ਉਹ ਲਾਲ ਖਾ ਕੇ ਚਲੀ ਗਈ ਹੈ। ਸਾਧ ਸੰਗਤ ਘਰ ਨੂੰ ਜਾਂਦਾ ਰੋਂਦਾ ਰੋਂਦਾ। ਜਬ ਕਿਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਬਨ ਲਗਤ ਹੈ। ਸਤਿਗੁਰੂ ਕਹਿੰਦੇ ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੇ ਬੋਲੇ ਦੌਰਿਓ ਫਿਰਤ ਹੈ। ਜਬ ਕਿਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਮਿੱਟੀ ਦਾ ਪੁਤਲਾ ਇੰਨਾ ਮਾਣ ਕਰਦਾ। ਘਰੇ ਗਿਆ, ਘਰ ਵਾਲੀ ਬੀਬੀ ਨੂੰ ਦੱਸਦਾ, ਕਹਿੰਦਾ ਭਾਗਵਾਨੇ ਤੈਨੂੰ ਕੀ ਦੱਸਾਂ, ਅੱਜ ਮੈਨੂੰ ਤਾਂ ਅੱਜ ਬਹੁਤ ਅਨਮੋਲ ਰਤਨ ਲਾਲ ਜਵਾਹਰਾਤ ਮਿਲ ਗਿਆ ਸੀ। ਅੱਜ ਤੱਕ ਕਿਰਪਾ ਹੀ ਹੋ ਗਈ ਸੀ ਮੇਰੇ ਤੇ ਮਾਇਆ ਦੀ। ਐਸਾ ਲਾਲ ਜਵਾਹਰਾਤ ਮੈਨੂੰ ਮਿਲਿਆ, ਤੈਨੂੰ ਕੀ ਗਿਣ ਕੇ ਦੱਸਾਂ ਮੈਂ ਉਹਦੇ ਬਾਰੇ, ਅਨਮੋਲ। ਕਹਿੰਦੀ ਲਿਆ ਫੜਾ ਜੀ, ਕਿੱਥੇ ਹੈ, ਮੈਂ ਦੇਖਣਾ ਚਾਹੁੰਦੀ ਹਾਂ, ਦਿਖਾ ਕਿੱਥੇ ਹੈ ਲਾਲ। ਕਹਿੰਦਾ ਕੀ ਦੱਸਾਂ ਭਾਗਵਾਨੇ, ਉਹ ਲਾਲ ਆਪਾਂ ਨੂੰ ਮਿਲਿਆ ਤਾਂ ਸਹੀ, ਜਦੋਂ ਮੈਂ ਰਸਤੇ ਵਿੱਚ ਝੁਕ ਕੇ ਨਦੀ ਵਿੱਚੋਂ ਪਾਣੀ ਪੀਣ ਲੱਗਿਆ ਉਹ ਵਿੱਚ ਹੀ ਰੁੜ ਗਿਆ। ਹੁਣ ਤੁਹਾਨੂੰ ਪਤਾ ਜਿੱਥੇ ਗਰੀਬੀ ਹੋਵੇ ਲੜਾਈ ਕਿੰਨੀ ਹੁੰਦੀ ਹੈ, ਝਗੜਾ ਕਿੰਨਾ ਹੁੰਦਾ ਹੈ। ਹੁਣ ਉਹ ਕੀ ਕਹਿੰਦੀ ਹੈ, ਕਹਿੰਦੀ ਤੂੰ ਗਰਮੀ ਤੋਂ ਡਰਦਾ, ਗਰਮੀ ਤੋਂ ਡਰਦਾ ਲੱਕੜਾਂ ਕੱਟਣ ਦਾ ਮਾਰਾ ਬਹਾਨੇ ਬਣਾਉਣਾ ਮੇਰੇ ਕੋਲ। ਤੈਨੂੰ ਪਤਾ ਪਰਸੋਂ ਦੀ ਰੋਟੀ ਖਾਧੀ ਹੈ, ਕੱਲ ਰੋਟੀ ਨਸੀਬ ਨਹੀਂ ਹੋਈ ਆਪਾਂ ਨੂੰ। ਤੂੰ ਲੱਕੜਾਂ ਨਹੀਂ ਵੱਢ ਕੇ ਲੈ ਕੇ ਆਇਆ, ਨਾ ਤੂੰ ਜਾ ਕੇ ਵੇਚੀਆਂ। ਹੁਣ ਮੈਂ ਤੇ 3 4 ਜਵਾਕ ਅਸੀਂ ਸਾਰੇ ਭੁੱਖੇ ਬੈਠੇ ਹਾਂ।
ਤੂੰ ਲੱਕੜਾਂ ਵੇਚ ਕੇ ਪੈਸੇ ਨਹੀਂ ਲੈ ਕੇ ਆਇਆ, ਪੈਸਿਆਂ ਦਾ ਆਟਾ ਦਾਲਾਂ ਚੌਲ ਨਹੀਂ ਲੈ ਕੇ ਆਇਆ ਤੂੰ। ਅਸੀਂ ਅੰਤਾਂ ਦੇ ਭੁੱਖੇ ਆ, ਤੂੰ ਲੱਕੜਾਂ ਕੱਟਣ ਦਾ ਮਾਰਾ ਇਹ ਗੱਲਾਂ ਕਰਦਾ ਹੈ। ਜਾ ਤੂੰ ਜਾ ਕੇ ਲੱਕੜਾਂ ਕੱਟ ਕੇ ਲੈ ਕੇ ਆ ਔਰ ਲੱਕੜਾਂ ਵੇਚ ਕੇ ਪੈਸੇ ਲੈ ਕੇ ਉਹਨਾਂ ਦਾ ਸੌਦਾ ਲੈ ਕੇ ਘਰ ਵਿੱਚ ਆ। ਨਹੀਂ ਬੜੀ ਨਾ ਕਰੇ। ਲੜਾਈ ਉੱਥੇ ਹੀ ਹੁੰਦੀ ਹੈ ਨਾ ਜਿੱਥੇ ਪਦਾਰਥ ਨਾ ਹੋਣ, ਜਿੱਥੇ ਵਸਤੂਆਂ ਨਾ ਹੋਣ। ਜਿਹੜੀ ਘਰ ਵਾਲੀ ਬੀਬੀ ਮਗਰ ਲਗਾਈ ਹੈ ਮੰਗੇਗੀ ਨਾ ਛਕਣ ਵਾਸਤੇ, ਮਾਤਾ ਤੋਂ ਬੱਚੇ ਮੰਗਣਗੇ ਖਾਣ ਵਾਸਤੇ। ਹੁਣ ਘਰੇ ਕੁਝ ਹੈ ਨਹੀਂ, ਬਣੇ ਕੀ? ਹੁਣ ਲੜਾਈ ਲੜੂਈ ਕਰਕੇ ਪੈ ਗਿਆ ਭਾਗਵਾਨੇ। ਮੈਂ ਬੜਾ ਯਤਨ ਕੀਤਾ ਪਰ ਮਾफ़ ਕਰਨਾ, ਹੁਣ ਗਰਮੀ ਬਹੁਤ ਹੈ, ਮੇਰੇ ਤੋਂ ਜਾਇਆ ਨਹੀਂ ਜਾਣਾ, ਮੈਨੂੰ ਮਾफ़ ਕਰ ਦੇ, ਮੈਂ ਕੱਲ੍ਹ ਨੂੰ ਹੀ ਜਾਵਾਂਗਾ, ਅੱਜ ਨਹੀਂ ਮੈਂ ਜਾਂਦਾ। ਕਹਿੰਦੀ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਗਰਮੀ ਤੋਂ ਡਰਦਾ ਮਾਰਾ ਕੁਹਾੜਾ ਵੀ ਉੱਥੇ ਹੀ ਸੁੱਟਿਆ ਆਇਆ, ਲੱਕੜਾਂ ਨਹੀਂ ਕੱਟ ਕੇ ਲੈ ਕੇ ਆਇਆ। ਜੇ ਕੁਹਾੜਾ ਚੋਰੀ ਹੋ ਗਿਆ ਤਾਂ ਫਿਰ ਲੱਕੜਾਂ ਕਾਹਦੇ ਨਾਲ ਕੱਟੇਗਾ? ਸਾਰੀ ਰਾਤ ਲੜਦਿਆਂ ਝਗੜਦਿਆਂ ਦੀ ਲੰਘ ਗਈ ਸਾਧ ਸੰਗਤ। ਇੰਨਾ ਜ਼ਿਆਦਾ ਮਨ ਉਪਰਾਮ ਅਤੇ ਵੈਰਾਗੀ ਹੋ ਗਿਆ, ਕੀ ਕੀਤਾ ਜਾਏ। ਦੂਜਾ ਦਿਨ ਹੋਇਆ, ਦੂਜੇ ਦਿਨ ਫਿਰ ਸਾਧ ਸੰਗਤ ਤਿਆਰੀ ਕੀਤੀ ਗਈ ਜਾਣ ਵਾਸਤੇ ਕਿ ਮੈਂ ਜਾਵਾਂ ਔਰ ਜਾ ਕਰਕੇ ਮੈਂ ਲੱਕੜੀਆਂ ਕੱਟ ਕੇ ਵੇਚ ਕੇ ਘਰ ਵਾਸਤੇ ਸੌਦਾ ਲੈ ਕੇ ਆਵਾਂ। ਮਨ ਵੈਰਾਗੀ ਹੈ, ਮਨ ਉਦਾਸ ਹੈ। ਫਿਰ ਚੱਲ ਪਿਆ ਸਾਧ ਸੰਗਤ ਜੀ। ਜਦੋਂ ਹੁਣ ਜਾਂਦਾ ਹੈ ਨਾ, ਹੁਣ ਸੋਚਦਾ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ, ਮੈਂ ਆਪਣੀ ਮਨ ਮਰਜ਼ੀ ਕਰੂੰਗਾ, ਕੋਈ ਮਰਜ਼ੀ ਮੇਰੇ ਕੋਲ ਆ ਜਾਵੇ, ਮੈਂ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਵਾਂਗਾ। ਹੁਣ ਮਾਇਆ ਉਡੀਕ ਰਹੀ ਹੈ ਕਿ ਹੁਣ ਆਉਣ ਵਾਲਾ ਹੀ ਹੈ। ਅਮੀਰ ਹੋਇਆ ਹੋਇਆ ਲੱਕੜਹਾਰਾ, ਜਦੋਂ ਲੱਕੜਹਾਰਾ ਫੇਰ ਆ ਗਿਆ ਸਾਧ ਸੰਗਤ, ਲੱਕੜਹਾਰਾ ਆਇਆ ਹੈ, ਕੁਹਾੜਾ ਲੱਭ ਕੇ ਦੁਬਾਰਾ ਲੱਕੜਾਂ ਕੱਟਣ ਲੱਗ ਗਿਆ। ਹੁਣ ਕਰਮ ਤੇ ਮਾਇਆ ਦੀ ਆਪਸ ਵਿੱਚ ਫੇਰ ਵਾਰਤਾਲਾਪ ਹੋ ਰਹੀ ਹੈ। ਹੁਣ ਕਰਮ ਕੀ ਕਹਿੰਦੇ ਨੇ, ਐ ਮਾਇਆ ਉਹ ਆ ਗਿਆ ਤੇਰਾ ਅਮੀਰ ਹੋਇਆ ਹੋਇਆ ਲੱਕੜਹਾਰਾ, ਉਹ ਪਹੁੰਚ ਗਿਆ ਤੇਰਾ ਅਮੀਰ ਲੱਕੜਹਾਰਾ। ਕਹਿੰਦੀ ਕਮਾਲ ਹੋ ਗਈ, ਇਹ ਕਿਵੇਂ ਫੇਰ ਲੱਕੜਾਂ ਕੱਟਦਾ ਫਿਰਦਾ ਅੱਜ? ਇਹਨੂੰ ਪਤਾ ਨਹੀਂ ਜਦੋਂ ਬੰਦਾ ਅਮੀਰ ਹੋ ਜਾਂਦਾ ਹੁੰਦਾ ਹੈ ਫਿਰ ਲੱਕੜੀਆਂ ਕੱਟਣ ਦੀ ਲੋੜ ਨਹੀਂ ਪੈਂਦੀ। ਫਿਰ ਲੱਕੜਾਂ ਕੱਟਣ ਆ ਗਿਆ। ਕਹਿੰਦਾ ਦੇਖ ਲੈ ਤੈਂ ਅਮੀਰ ਕੀਤਾ ਸੀ, ਆ ਗਿਆ ਤੇਰਾ ਅਮੀਰ ਕੀਤਾ ਹੋਇਆ। ਬੜੀ ਹੈਰਾਨ ਹੈ, ਬੜੀ ਪਰੇਸ਼ਾਨ ਹੈ, ਇਹ ਕਿਵੇਂ ਹੋ ਗਿਆ? ਹੁਣ ਸਾਧ ਸੰਗਤ ਬਾਅਦ ਵਿੱਚ ਕਹਿੰਦੀ ਮੈਨੂੰ ਇੱਕ ਮੌਕਾ ਦੇ ਦਿਓ, ਮੈਂ ਇਸ ਨੂੰ ਅਮੀਰ ਕਰਕੇ ਦਿਖਾਵਾਂਗੀ ਤੁਹਾਨੂੰ। ਉਹ ਕਹਿੰਦੇ ਜਾ ਚਲੀ ਜਾ। ਕਰਮ ਕਹਿੰਦੇ ਚਲੀ ਜਾ, ਜਿੰਨਾ ਚਿਰ ਅਸੀਂ ਸਾਥ ਨਾ ਦਿੱਤਾ ਤੂੰ ਚਾਹ ਕੇ ਮਾਇਆ ਦੇ ਗਰੇ ਲਗਾ ਦੇ, ਢੇਰ ਲਗਾ ਦੇ ਬੜੇ ਬੜੇ, ਤੂੰ ਇਸ ਨੂੰ ਅਮੀਰ ਨਹੀਂ ਕਰ ਸਕਦੀ। ਕੱਲੀ ਮਾਇਆ ਕੀ ਕਰੂ? ਲੋਕਾਂ ਨਾਲ ਗੱਲਾਂ ਕਰਕੇ ਦੇਖੋ, ਸਾਰੇ ਕਹਿੰਦੇ ਐ ਕਿ ਅਸੀਂ ਇੰਨਾ ਪੈਸਾ ਕਮਾਉਂਦੇ ਹਾਂ ਕਿ ਜੇ ਅੱਜ ਤੱਕ ਸਾਰਾ ਪੈਸਾ ਸਾਡੇ ਕੋਲ ਹੁੰਦਾ ਤਾਂ ਅਸੀਂ ਲੱਖਾਂ ਕਰੋੜਾਂ ਪਤੀ ਬਣੇ ਹੁੰਦੇ। ਪਰ ਅੱਜ ਕੋਲ ਇਹ ਨਹੀਂ ਪਤਾ ਵੀ ਕੱਲ੍ਹ ਨੂੰ ਰੋਟੀ ਮਿਲੂ ਕਿ ਨਹੀਂ ਮਿਲੂ। ਅੰਤਾਂ ਦੀ ਗਰੀਬੀ ਹੈ। ਜਦੋਂ ਇਸ ਤਰ੍ਹਾਂ ਮਨ ਵੈਰਾਗੀ ਹੈ, ਲੱਕੜਾਂ ਕੱਟਦਾ, ਮਾਇਆ ਆ ਕੇ ਕਹਿੰਦੀ ਗੱਲ ਸੁਣ ਲੱਕੜਹਾਰਿਆ, ਕੱਲ ਮੈਂ ਤੈਨੂੰ ਲੱਖਾਂ ਕਰੋੜਾਂ ਦਾ ਲਾਲ ਦਿੱਤਾ ਸੀ, ਤੂੰ ਲਾਲ ਘਰੇ ਰੱਖਿਆ ਆ ਤੇ ਤੂੰ ਫੇਰ ਲੱਕੜੀਆਂ ਕੱਟਣ ਆ ਗਿਆ। ਤੈਨੂੰ ਸ਼ਰਮ ਨਹੀਂ ਆਉਂਦੀ? ਇੰਨਾ ਅਮੀਰ ਹੋ ਕੇ ਇੰਨਾ ਪੈਸਾ ਇਕੱਠਾ ਕਰਕੇ ਤੂੰ ਲੱਕੜਾਂ ਕੱਟਦਾ ਫਿਰਦਾ ਹੈ। ਉਹ ਕਹਿੰਦਾ ਮਾਤਾ ਤੇਰੀਆਂ ਗੱਲਾਂ 'ਚ ਆ ਗਿਆ ਮੈਂ, ਤੂੰ ਮੈਨੂੰ ਆਪਣੀਆਂ ਗੱਲਾਂ 'ਚ ਲੈ ਲਿਆ, ਭਰਮਾ ਲਿਆ, ਪਤਾ ਨਹੀਂ ਤੂੰ ਕੌਣ ਹੈ। ਮੇਰੇ ਕੋਲ ਤਾਂ ਕੁਛ ਰਿਹਾ ਹੀ ਨਹੀਂ, ਮੈਂ ਤਾਂ ਫੇਰ ਗਰੀਬ ਦਾ ਗਰੀਬ। ਸਾਰੀ ਵਾਰਤਾਲਾਪ ਦੱਸੀ। ਮੈਂ ਜਾ ਰਿਹਾ ਸੀ, ਰਸਤੇ ਦੇ ਵਿੱਚ ਪਾਣੀ ਪੀਣ ਲੱਗਿਆ। ਜਦੋਂ ਝੁੱਕ ਕੇ ਇਸ ਤਰ੍ਹਾਂ ਬੁੱਕ ਭਰ ਕੇ ਪਾਣੀ ਪੀਣ ਲੱਗਿਆ ਤਾਂ ਮੇਰੀ ਜੇਬ ਦੇ ਵਿੱਚੋਂ ਲਾਲ ਨਿਕਲ ਕੇ ਡਿੱਗ ਗਿਆ। ਦੇਖਦਿਆਂ ਦੇਖਦਿਆਂ ਉਹ ਲਾਲ ਇੱਕ ਮੱਛੀ ਨੇ ਨਿਗਲ ਲਿਆ। ਮੈਨੂੰ ਮੱਛੀ ਨਹੀਂ ਲੱਭੀ। ਘਰੇ ਗਿਆ, ਘਰ ਵਾਲੀ ਬੀਬੀ ਮੇਰੇ ਨਾਲ ਅੰਤਾਂ ਦੀ ਲੜਾਈ ਕਰਦੀ ਹੈ।
मैं अंतां दा दुखी हाँ, हुण मैनू पता नहीं लगदा मैं की करा, मैनू की करना चाहिदा है। ऐ माता, ऐ बीबी, तेरियां गल्लां दे विच आके मैं तां घर दे विच लड़ाई झगड़ा भी बहुत पा लिया। कहंदी इउं कर, हुण मैं तैनूं एक चांस होर दिंदी हाँ, मैं तैनूं माया दी थैली दिन्नी आ। पहलां तां लाल सी ना भी तैनूं बेचना पैना सी किते जा करके, हुण मैं तैनूं एक लाल दिंदी हाँ। आपां गुरबाणी दे जिहड़े अर्थ कर रहे हाँ ना, वो गुरबाणी दा शब्द है घोर दुखियं अनक हत्यं जन्म दरिद्रं महा विख्यादं। ਜਿਹੜੇ शब्द ਦੇ अर्थ ने, देखो जो असी बोलिया बड़ा मोहाल है, बड़ा डिफिकल्ट है, पर ਜਦੋਂ ਇਹਦਾ एक्सप्लेनेशन आप जी ਨੂੰ ਦੇ ਦਿਆਂਗੇ, आप जी ਨੂੰ ਸਮਝਣਾ बड़ा आसान हो जाएगा। ਕਹਿੰਦੇ ਭਿਆਨਕ ਦੁੱਖ ਕਲੇਸ਼ ਕੀਤੇ ਹੋਏ, ਅਨੇਕਾਂ ਜੂਨਾਂ ਜਨਮਾਂ ਜਨਮੰਤਰਾਂ ਦੀ ਗਰੀਬੀ, ਵੱਡੇ ਵੱਡੇ ਇੱਕ ਕਸ਼ਟ ਜੋ ਸਾਡੇ ਪੁਆੜਿਆਂ ਦੀ ਜੜ ਬਣੇ ਹੋਏ ਹਨ, ਕਿਵੇਂ ਕੱਟੇ ਜਾ ਸਕਦੇ ਹਨ ਸਾਧ ਸੰਗਤ ਜੀ। ਸਿਮਰੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਇੱਕ ਨਾਮ, ਇੱਕ ਬੰਦਗੀ, ਇੱਕ ਸਿਮਰਨ ਜਦੋਂ ਸਾਡੇ ਕਰਮਾਂ ਵਿੱਚ ਆ ਜਾਵੇ, ਕਰਮ ਕਿਵੇਂ ਫਲੀਭੂਤ ਹੋ ਜਾਇਆ ਕਰਦੇ ਹਨ। ਮਾਇਆ ਨੇ, ਉਹ ਜੋ ਮਾਇਆ ਨੇ ਮਾਤਾ ਦਾ ਰੂਪ ਧਾਰਨ ਕੀਤਾ ਹੋਇਆ ਸੀ, ਇੱਕ ਮਾਇਆ ਦੀ ਥੈਲੀ ਦੇ ਦਿੱਤੀ, ਆ ਲੈ ਜਾ, ਚਾਹੇ ਤੂੰ ਪਿਆਸ ਨਾਲ ਮਰ ਜਾਏ, ਰਸਤੇ 'ਚ ਕਿਤੇ ਨਾ ਰੁਕੀ, ਕਿਸੇ ਨੂੰ ਨਾ ਬੁਲਾਈ, ਆ ਮਾਇਆ ਘਰੇ ਪਹੁੰਚਦੀ ਕਰਦੀ ਇੱਕ ਵਾਰ। ਇਹ ਮਾਇਆ ਤੇਰੀ ਘਰ ਵਾਲੀ ਬੀਬੀ ਨੂੰ ਪਕੜਾ ਦੀ ਇੱਕ ਵਾਰ, ਦੇਖੀ ਤੇਰੇ ਕਸ਼ਟ ਕਲੇਸ਼ ਕੱਟੇ ਜਾਂਦੇ। ਫਿਰ ਕੁਹਾੜਾ ਭਗਾ ਕੇ ਮਾਰਿਆ, ਕਹਿੰਦਾ ਐਦੂ ਹੋਰ ਕੀ ਚਾਹੀਦਾ, ਜੇਕਰ ਮੈਨੂੰ ਧਨ ਪਦਾਰਥ ਪ੍ਰਾਪਤ ਹੋ ਗਿਆ ਤੇ ਇਹਨੇ ਕਹਿਤਾ ਕਿ ਘਰ ਵਾਲੀ ਬੀਬੀ ਨੂੰ ਪਕੜਾ ਦੇਵਾਂ, ਹੁਣ ਜਦੋਂ ਮੈਂ ਉਹਨੂੰ ਦਿਆਂਗਾ ਹੁਣ ਖੁਸ਼ ਹੋ ਜੂਗੀ, ਪ੍ਰਸੰਨ ਹੋ ਜਾਏਗੀ ਮੇਰੀ ਘਰ ਵਾਲੀ। ਹੁਣ ਮਾਇਆ ਦੀ ਥੈਲੀ ਲੈ ਕਰਕੇ ਸਾਧ ਸੰਗਤ ਜਾਂਦਾ ਹੈ। ਹੁਣ ਜਦੋਂ ਮਾਇਆ ਦੀ ਥੈਲੀ ਲੈ ਕੇ ਘਰੇ ਪਹੁੰਚਦਾ ਹੈ ਨਾ, ਆਵਾਜ਼ਾਂ ਦਿੰਦਾ ਜਾਂਦਾ ਉੱਚੀ ਉੱਚੀ, ਭਾਗਵਾਨੇ ਦੇਖ ਮੈਂ ਤੇਰੇ ਵਾਸਤੇ ਕੀ ਲੈ ਕੇ ਆਇਆ ਹਾਂ। ਘਰੇ ਆਵਾਜ਼ ਦਿੱਤੀ, ਘਰ ਵਾਲੀ ਬੀਬੀ ਘਰ ਹੈ ਨਹੀਂ ਸੀ। ਸਾਹਮਣੇ ਬਾਹਰ ਇੱਕ ਮੰਜਾ ਡਾਹਿਆ ਹੋਇਆ ਸੀ, ਉਸ ਮੰਜੇ ਦੇ ਉੱਪਰ ਮਾਇਆ ਰੱਖ ਕੇ ਗਵਾਂਢ ਦੇ ਵਿੱਚੋਂ ਘਰ ਵਾਲੀ ਬੀਬੀ ਨੂੰ ਬੁਲਾਉਣ ਚਲਿਆ ਗਿਆ ਕਿ ਮੇਰੀ ਘਰ ਵਾਲੀ ਕਿਤੇ ਬੈਠੀ ਗੱਲਾਂ ਗੁੱਲਾਂ ਮਾਰਦੀ ਹੋਵੇਗੀ। ਹੁਣ ਜਦੋਂ ਇਸ ਪਾਸੇ ਗਵਾਂਢ ਦੇ ਵਿੱਚ ਗਿਆ ਆਵਾਜ਼ ਦੇਣ ਵਾਸਤੇ ਘਰ ਵਾਲੀ ਨੂੰ, ਮਾਇਆ ਬਾਹਰ ਮੰਜੇ 'ਤੇ ਰੱਖ ਗਿਆ। ਹੁਣ ਜਿਨ੍ਹਾਂ ਕੋਲ ਮਾਇਆ ਹੁੰਦੀ ਉਹ ਤਾਂ ਭੇਤ ਨਹੀਂ ਦਿੰਦੇ। ਅੱਜ ਜਦੋਂ ਸਾਧ ਸੰਗਤ ਜੀ ਨੋਟਬੰਦੀ ਹੋਈ ਸੀ, ਕਿਵੇਂ ਲਾਈਨਾਂ 'ਚ ਲੱਗੇ ਹੋਏ ਸੀ, ਜਿਹੜੇ ਜਿਹੜੇ ਅਕਾਊਂਟ ਦੇ ਵਿੱਚ 1000-2000 ਰੁਪਈਏ ਸੀ, ਉਹ ਕਾਪੀਆਂ ਤਾਂ ਹੱਥ 'ਚ ਪਕੜੀਆਂ ਹੋਈਆਂ ਸੀ। ਜਿਹਦੇ ਤੇ 5-7-10 ਲੱਖ ਰੁਪਈਆ ਅਕਾਊਂਟ 'ਚ ਪਿਆ ਸੀ, ਉਹ ਖੀਸੇ ਦੇ ਵਿੱਚ ਜਾਂ ਜੈਕਟ ਦੇ ਵਿੱਚ ਅੰਦਰਲੀ ਜੇਬ 'ਚ ਪਾਈ ਸੀ ਕਿ ਕਿਤੇ ਨੂੰ ਪਤਾ ਨਾ ਲੱਗ ਜਾਏ ਕਿ ਮੇਰੇ ਕੋਲ 10 ਲੱਖ ਰੁਪਈਆ ਹੈ। ਜਿਹਦੇ ਕੋਲ 1000-2000 ਸੀ ਨਾ, ਉਹ ਕਾਪੀ ਹੱਥ 'ਚ ਫੜ ਕੇ ਲੋਕਾਂ ਨੂੰ ਦਿਖਾਉਂਦਾ ਫਿਰਦਾ ਸੀ ਕਿ ਦੇਖ ਲੈ ਸਾਡੇ ਕੋਲ ਤਾਂ ਇੰਨੇ ਕੀ ਨੇ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਜਿਹੜਾ ਧਨ ਪਦਾਰਥ ਬੰਦੇ ਕੋਲ ਹੁੰਦਾ ਹੈ, ਉਹ ਭੇਤ ਨਹੀਂ ਦਿੰਦਾ ਹੁੰਦਾ ਕਿਸੇ ਨੂੰ। ਉਹ ਪੈਸਾ ਧਨ ਪਦਾਰਥ ਸਾਂਭ ਕੇ ਰੱਖਦਾ। ਐਵੇਂ ਨਾਮ ਹੁੰਦਾ ਹੈ। ਭਜਨ ਸਿਮਰਨ ਬੰਦਗੀ, ਜਿਹੜੇ ਲੋਕ ਬੰਦਗੀ ਕਰਦੇ ਐ, ਉਹ ਲੋਕਾਂ ਨੂੰ ਦਿਖਾਵਾ ਨਹੀਂ ਕਰਦੇ ਹੁੰਦੇ ਕਿ ਆਹ ਦੇਖੋ ਅਸੀਂ ਕਿੰਨਾ ਨਾਮ ਜਪਦੇ ਹਾਂ, ਕਿੰਨਾ ਭਜਨ ਕਰਦੇ ਹਾਂ। ਇਹ ਤਾਂ ਗੁਪਤ ਖਜ਼ਾਨਾ ਹੁੰਦਾ ਹੈ। ਇਹ ਤਾਂ ਸਬਰ ਅੰਦਰ ਸਾਬਰੀ, ਤਨ ਏਵੈ ਜਾਲੇਨ, ਹੁਣ ਨਜੀ ਕੋ ਖੁਦਾਏ ਦਾ ਭੇਦ ਨਾ ਕਿਸੈ ਦੇਨ। ਉਹ ਤਾਂ ਗੁਪਤ ਹੋ ਜਾਂਦੇ ਹਨ। ਸਾਧ ਸੰਗਤ ਰੌਲਾ ਥੋੜ੍ਹਾ ਪਾਉਂਦੇ ਫਿਰਦੇ ਹਨ ਕਿ ਆ ਦੇਖੋ ਸਾਡੇ ਪਾਸ ਕਿੰਨਾ ਪੈਸਾ ਆ ਗਿਆ, ਕਿੰਨੀ ਧਨ ਦੌਲਤ ਆ ਗਈ। ਉਹ ਰੌਲਾ ਨਹੀਂ ਪਾਇਆ ਕਰਦੇ, ਉਹ ਤਾਂ ਗੁਪਤ ਹੋ ਜਾਇਆ ਕਰਦੇ ਹਨ। ਇਵੇਂ ਕਿਵੇਂ ਸਾਧ ਸੰਗਤ ਇਹਨੇ ਪਾਇਆ ਰੌਲਾ, ਉੱਚੀ ਉੱਚੀ ਆਵਾਜ਼ਾਂ ਦਿੰਦਾ ਫਿਰਦਾ। ਕੀ ਦੱਸਦਾ ਫਿਰਦਾ ਸਾਧ ਸੰਗਤ?
ਭਾਗਵਾਨੇ ਘਰੇ ਆ ਜਾ, ਦੇਖ ਮੈਂ ਤੇਰੇ ਵਾਸਤੇ ਕਿੰਨੀ ਸੁੰਦਰ ਵਸਤੂ ਲੈ ਕੇ ਆਇਆ। ਹੁਣ ਉਹ ਗਮਾਂਡ ਦੇ ਵਿੱਚ ਆਪਣੀ ਘਰ ਵਾਲੀ ਬੀਬੀ ਨੂੰ ਬੁਲਾਉਣ ਜਾਂਦਾ ਹੈ। ਦੂਜੇ ਪਾਸੇ ਵਾਲੀ ਗਮਾਂਡਣ ਬੀਬੀ ਘਰ ਦੇ ਵਿੱਚ ਆ ਜਾਂਦੀ ਹੈ। ਘਰ ਵਾਲੀ ਤਾਂ ਪਹਿਲਾਂ ਹੀ ਗਈ ਹੋਈ ਸੀ। ਘਰ ਵਾਲਾ ਪੈਸਾ ਮੰਜੇ ਤੇ ਰੱਖ ਕੇ ਉਹਨੂੰ ਬੁਲਾਉਣ ਚਲਿਆ ਗਿਆ, ਔਰ ਦੂਸਰੇ ਪਾਸੇ ਵਾਲੀ ਆਈ, ਦੇਖਿਆ ਇੰਨੇ ਕਮਲੇ, ਇੰਨੇ ਮੂਰਖ, ਪੈਸਾ ਬਾਹਰ ਮੰਜੇ ਤੇ ਛੱਡ ਕੇ ਚਲੇ ਗਏ। ਉਹਨੇ ਸਾਧ ਸੰਗਤ ਤੋਂ ਪੈਸਿਆਂ ਵਾਲੀ ਮੋਹਰਾਂ ਵਾਲੀ ਥੈਲੀ ਚੁੱਕ ਲਈ। ਘਰ ਵਾਲੀ ਨੂੰ ਕਹਿੰਦਾ ਹੁੰਦਾ, ਭਾਗਵਾਨੇ ਤੈਨੂੰ ਪਤਾ ਕੱਲ ਆਪਾਂ ਨੂੰ ਇੱਕ ਲਾਲ ਮਿਲਿਆ ਸੀ, ਧਨ ਪਦਾਰਥ ਮਿਲਿਆ ਸੀ ਆਪਾਂ ਨੂੰ, ਮੈਂ ਤੈਨੂੰ ਦੱਸਿਆ ਸੀ, ਤੂੰ ਮੰਨਦੀ ਨਹੀਂ ਸੀ। ਅੱਜ ਮੈਂ ਸਾਰਾ ਪੈਸਾ ਘਰੇ ਹੀ ਲੈ ਕੇ ਆ ਗਿਆ। ਅੱਜ ਤੂੰ ਮੇਰੇ ਤੇ ਬੜੀ ਪ੍ਰਸੰਨ ਹੋਵੇਂਗੀ, ਬੜੀ ਖੁਸ਼ ਹੋਵੇਂਗੀ ਕਿ ਮੈਂ ਇੰਨਾ ਸਾਰਾ ਪੈਸਾ ਘਰੇ ਲੈ ਕੇ ਆ ਗਿਆ। ਕਹਿੰਦੀ ਮੈਨੂੰ ਤਾਂ ਲੱਗਦਾ ਨਹੀਂ ਜੀ ਤੂੰ ਇੰਨਾ ਪੈਸਾ ਲੈ ਕੇ ਆਇਆ ਹੋਵੇਂਗਾ, ਤੂੰ ਤਾਂ ਜੀ ਗੱਲਾਂ ਬਹੁਤੀਆਂ ਮਾਰਦਾ ਤੇ ਕੰਮ ਥੋੜਾ ਕਰਦਾ। ਅੱਜ 3 ਦਿਨ ਹੋ ਗਏ, ਪੇਟ 'ਚ ਅੰਨ ਦਾ ਦਾਣਾ ਨਹੀਂ ਗਿਆ, ਨਾ ਜਵਾਕਾਂ ਨੇ ਕੁਛ ਖਾਧਾ, ਨਾ ਮੈਂ ਖਾਧਾ, 3 ਦਿਨਾਂ ਤੋਂ ਭੁੱਖੇ ਆ। ਕੱਲ ਵੀ ਤੂੰ ਐਂ ਗੱਲਾਂ ਮਾਰ ਕੇ ਮੁੜੇ ਆਇਆ, ਅੱਜ ਫੇਰ ਮੁੜੇ ਆਇਆ, ਪਰਸੋਂ ਦੇ ਭੁੱਖੇ ਹਾਂ, ਲਿਆ ਮੈਨੂੰ ਦਿਖਾ ਤੇਰੇ ਕੋਲ ਕਿੱਥੇ ਪੈਸਾ। ਜਦੋਂ ਘਰੇ ਆਇਆ ਐਂ ਉਂਗਲੀ ਕਰਦਾ ਵੀ ਉਹ ਮੰਜੇ ਦੇ ਉੱਤੇ ਪਿਆ ਪੈਸਾ, ਮੰਜੇ ਤੇ ਕਿੱਥੇ, ਉਹ ਦੂਜੀ ਲੈ ਗਈ ਚੱਕ ਕੇ। ਮਾਇਆ ਕੋਈ ਛੱਡਦਾ ਹੁੰਦਾ? ਰਸਤੇ 'ਚ ਤੁਰੇ ਜਾਂਦੇ ਹੋ, ਚਾਹੇ 50 ਪੈਸੇ ਡਿੱਗੇ ਪਏ ਹੁਣ, ਤੁਸੀਂ ਉਹ ਵੀ ਚੱਕ ਕੇ ਜੇਬ 'ਚ ਪਾ ਲੈਂਦੇ ਹੋ। ਪੈਸਾ ਕੋਈ ਛੱਡਦਾ ਹੁੰਦਾ? ਪੈਸਾ ਤਾਂ ਜਿਹਦੇ ਹੱਥ ਆ ਗਿਆ ਸਾਧ ਸੰਗਤ ਉਹਦਾ ਹੀ ਹੁੰਦਾ। ਹੁਣ ਜਦੋਂ ਫੇਰ ਦਿਖਾਇਆ ਵੀ ਆ ਉਹਦੇ ਮਾਇਆ ਉੱਤੇ ਹੈ ਨਹੀਂ ਕੁਛ, ਫੇਰ ਲੜ ਪਈ ਘਰ ਵਾਲੀ। ਕਹਿੰਦੀ ਜੀ ਤੂੰ ਤਾਂ ਬੜਾ ਮਾੜਾ ਹੈ, ਸਾਨੂੰ ਭੁੱਖੇ ਮਾਰੇਂਗਾ, 3 ਦਿਨ ਹੋ ਗਏ ਸਾਨੂੰ ਰੋਟੀ ਨਹੀਂ ਮਿਲੀ, ਤੂੰ ਮਾਰ ਮਾਰ ਕੇ ਫੋਕੀਆਂ ਜੀਆਂ ਗੱਲਾਂ ਸਾਨੂੰ ਮਾਰਨਾ ਚਾਹੁੰਦੇ, ਚਲਿਆ ਜਾ ਵਾਪਸ, ਲੱਕੜਾਂ ਕੱਟ ਜਾ ਕੇ, ਤੇਰੇ ਹੱਥ 'ਚ ਤਾਂ ਕੁਹਾੜਾ ਵੀ ਨਹੀਂ ਹੈਗਾ, ਮੈਨੂੰ ਤਾਂ ਆਏ ਲੱਗਦੇ ਤੇਰਾ ਲੱਛਣ ਹੀ ਹੈ ਨਹੀਂ ਗੇ ਲੱਕੜਾਂ ਕੱਟਣ ਦੇ, ਤੂੰ ਕਿਤੇ ਕੁਹਾੜਾ ਵੀ ਕਿਸੇ ਨੂੰ ਦੇ ਕੇ ਆ ਗਿਆ। ਜਦੋਂ ਬੰਦਾ ਗਰੀਬ ਹੁੰਦਾ ਹੈ, ਆ ਤੁਸੀਂ ਦੇਖੋ ਜਿਹੜੇ ਸ਼ਰਾਬ ਪੀਣ ਵਾਲੇ ਸੱਜਣ ਨੇ 4-4 5-500 ਦੀ ਬੋਤਲ ਇਕੱਲੇ ਹੀ ਪੀ ਜਾਂਦੇ ਹੈ, ਤੇ ਘਰ ਦੇ ਵਿੱਚ ਗਰੀਬ ਬੱਚੇ ਜਿਹੜੇ ਵਿਚਾਰੇ ਰੋਟੀ ਤੋਂ ਵੀ ਮੁਤਾਜ ਨੇ, ਜਿਨ੍ਹਾਂ ਨੂੰ ਇੱਕ ਪ੍ਰਸ਼ਾਦਾ ਨਸੀਬ ਨਹੀਂ ਹੁੰਦਾ, ਕਿੰਨਾ ਬੁਰਾ ਹਾਲ ਹੁੰਦਾ ਹੈ ਉਹਨਾਂ ਦਾ। ਜੇ 400 ਦੀ ਮਠਿਆਈ ਜਾਂ ਫਲ ਫਰੂਟ ਲਿਆਂਦਾ ਹੋਵੇ, ਸਾਰਾ ਪਰਿਵਾਰ ਬਹਿ ਕੇ ਖਾਵੇ ਇਕੱਠੇ, ਹੁਣ ਉਹ ਪੀ ਜਾਂਦਾ ਇਕੱਲਾ ਹੀ ਬੋਤਲ, ਤੇ ਆ ਕੇ ਫਿਰ ਗਾਲਾਂ ਕੱਢਦਾ, ਤੁਸੀਂ ਆਹ ਨਹੀਂ ਕਰਦੇ ਹੋਏ, ਤੁਸੀਂ ਉਹ ਨਹੀਂ ਕਰਦੇ ਹੋਏ। ਕਿੰਨਾ ਕਲੇਸ਼ ਪੈਂਦਾ ਘਰ ਦੇ ਵਿੱਚ। ਜਿਸ ਘਰ ਦੇ ਵਿੱਚ ਪਤੀ ਅਤੇ ਪਤਨੀ ਦਾ ਪਿਆਰ ਨਹੀਂ ਨਾ ਹੈ, ਇੱਕ ਮਿਕਤਾ, ਇੱਕ ਸੁਰਤਾ, ਇੱਕ ਲੈਤਾ ਨਹੀਂ ਹੈ, ਝਗੜਾ ਕਰਦੇ ਹਨ, ਉਹ ਜਿਉਂਦੇ ਇਸ ਸੰਸਾਰ ਤੇ ਨਰਕ ਭੋਗ ਰਹੇ ਹਨ। ਉਹਨਾਂ ਤੋਂ ਵੱਡਾ ਨਰਕ ਦੁਨੀਆ ਤੇ ਹੈ ਨਹੀਂ ਕੋਈ। ਇਹ ਸਭ ਤੋਂ ਵੱਡਾ ਨਰਕ ਹੈ ਜਿੱਥੇ ਪਤੀ ਪਤਨੀ ਦੀ ਬਣਦੀ ਨਾ ਹੋਵੇ, ਜਾਂ ਕੋਈ ਬਾਹਰਲਾ ਬੰਦਾ ਆ ਕੇ ਉਹਨਾਂ ਨੂੰ ਵਿਗਾੜਦਾ ਹੋਵੇ, ਝਗੜਾ ਕਰਾਉਂਦਾ ਹੋਵੇ। ਹੁਣ ਜਦੋਂ ਤੀਜੀ ਵਾਰੀ ਉਹ ਦਿਨ ਰਾਤ ਨੂੰ ਫੇਰ ਨਾ ਗਿਆ, ਉਦੋਂ ਅਗਲੇ ਦਿਨ ਤੀਜੀ ਵਾਰੀ ਫੇਰ ਚਲਿਆ ਗਿਆ। ਜਦੋਂ ਫੇਰ ਜਾ ਕੇ ਲੱਕੜਾਂ ਕੱਟਦਾ, ਕਰਮ ਤੇ ਮਾਇਆ ਫੇਰ ਉਹ ਖੜੇ ਦੇਖਦੇ ਐ। ਕਰਮ ਕਹਿੰਦੇ ਮਾਇਆ ਉਹ ਆ ਗਿਆ ਤੇਰਾ ਕਰੋੜਾਂਪਤੀ ਲੱਕੜਹਾਰਾ, ਉਹ ਫਿਰਦਾ ਲੱਕੜਾਂ ਕੱਟਦਾ, ਤੂੰ ਤਾਂ ਬਣਾਤਾ ਨਾ ਕਰੋੜਾਂਪਤੀ, ਆਓ ਫਿਰਦਾ ਤੁਰਿਆ। ਓਹੋ, ਕਹਿੰਦੀ ਕਮਾਲ ਹੋ ਗਈ, ਐਨੇ ਮਾੜੇ ਕਰਮ ਕਿਸੇ ਪ੍ਰੇਮੀ ਦੇ ਹੋ ਸਕਦੇ ਹਨ? ਜਨਮ ਦਰਿਦਰੰ ਮਹਾ ਵਿਖਿਆਦੰ, ਇੰਨੇ ਮਾੜੇ ਕਰਮ, ਇੰਨਾ ਦਰਿਦਰ, ਇੰਨੀ ਗਰੀਬੀ। ਜਿਵੇਂ ਸਾਧ ਸੰਗਤ ਜੀ ਸੁਦਾਮੇ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ ਨਾ, ਕ੍ਰਿਸ਼ਨ ਤੇ ਸੁਦਾਮਾ ਦੋਸਤ ਨੇ, ਤੇ ਜਦੋਂ ਐ ਮੰਗਣ ਜਾਂਦਾ ਹੈ, ਕਈ ਵਾਰੀ 4 ਘਰਾਂ 'ਚੋਂ ਹੀ ਮੰਗਦਾ ਹੈ, ਜੇ ਕਿਸੇ ਨੇ ਖੈਰ ਨਾ ਪਈ ਤਾਂ ਭੁੱਖਾ ਹੀ ਰਹਿੰਦਾ ਹੈ। ਤੇ ਘਰੇ ਆ ਕੇ ਗੱਲਾਂ ਕਰਦਾ, ਭਾਗਵਾਨੇ ਅੱਜ ਦੁਆਰਕਾਪਤੀ, ਦੁਆਰਕਾ ਅਧੀਸ਼ ਭਗਵਾਨ ਕ੍ਰਿਸ਼ਨ ਹੈ, ਮੇਰਾ ਦੋਸਤ ਹੈ। ਉਹ ਕਹਿੰਦੀ ਉਹ ਰਾਜਾ ਮਹਾਰਾਜਾ ਤੇ ਤੂੰ ਦਲਿਦਰੀ, ਅੰਤਾਂ ਦਾ ਗਰੀਬ, ਪਾਟੇ ਕੱਪੜੇ ਤੇਰੇ, ਟੁੱਟੇ ਛਿੱਤਰ ਤੇਰੇ, ਤੇਰੇ ਸਰੀਰ ਦਾ ਕੀ ਹਾਲ ਹੈ, ਅੰਤਾਂ ਦੀ ਗਰੀਬੀ ਨਾਲ ਅਸੀਂ ਜੂਝ ਰਹੇ ਹਾਂ। ਇਹ ਕਰਮਾਂ ਦਾ ਅਸੀਂ ਉਹੀ ਦੱਸ ਰਹੇ ਹਾਂ ਤੁਹਾਨੂੰ, ਅੰਤਾਂ ਦੀ ਗਰੀਬੀ ਕਿਵੇਂ ਆਉਂਦੀ ਹੈ।
ਤੇ ਕੱਟੀ ਕਿਵੇਂ ਜਾਂਦੀ ਹੈ, ਇਸ ਨੂੰ ਕਿਵੇਂ ਕੱਟਿਆ ਜਾ ਸਕਦਾ ਹੈ, ਇਹ ਅੱਜ ਦੇ ਪ੍ਰਵਚਨਾਂ ਦੇ ਵਿੱਚ ਅਸੀਂ ਤੁਹਾਨੂੰ ਇਹੀ ਐਕਸਪਲੇਨੇਸ਼ਨ ਦਿਆਂਗੇ। ਹੁਣ ਸਾਧ ਸੰਗਤ ਜਦੋਂ ਤੀਜੇ ਦਿਨ ਫੇਰ ਗਿਆ, ਲੱਕੜਾਂ ਕੱਟਦਾ, ਕਰਮ ਕਹਿੰਦੇ ਆਓ ਫਿਰਦਾ ਤੇਰਾ ਲੱਕੜਹਾਰਾ, ਲੱਖਾਂ ਕਰੋੜਾਂ ਪਤੀ ਹੋਇਆ। ਮਾਇਆ ਕਹਿੰਦੀ ਕਮਾਲ ਦੀ ਗੱਲ ਹੈ, ਇੰਨੀ ਮਾਇਆ ਮੈਂ ਇਹਨੂੰ ਦੇਤੀ, ਹਜੇ ਵੀ ਗਰੀਬ, ਹਜੇ ਵੀ ਗਰੀਬੀ। ਉਹ ਕਹਿੰਦੇ ਹੁਣ ਦੇਖ ਲਾ, ਤੇਰੇ ਸਾਹਮਣੇ ਹੀ ਹੈ, ਅਸੀਂ ਤਾਂ ਕੁਛ ਨਹੀਂ ਕਹਿੰਦੇ ਇਹਨੂੰ, ਤੇਰੇ ਸਾਹਮਣੇ ਹੈ, ਦੇਖ ਲਾ। ਜਿੰਨਾ ਚਿਰ ਕਰਮ ਸਾਥ ਨਾ ਦੇਣ, ਚਾਹੇ ਲੱਖ ਯਤਨ ਕਰ ਲਵੇ, ਇਹਨੂੰ ਕੁਛ ਪ੍ਰਾਪਤ ਨਹੀਂ ਹੋ ਸਕਦਾ, ਨਹੀਂ ਮਿਲ ਸਕਦਾ ਇਸ ਨੂੰ ਧਨ ਪਦਾਰਥ, ਨਹੀਂ ਅਮੀਰੀ ਨੂੰ ਪ੍ਰਾਪਤ ਕਰ ਸਕਦਾ। ਬੜਾ ਸਮਝਾਇਆ ਗਿਆ। ਮਾਇਆ ਹੱਥ ਜੋੜ ਕੇ ਕਰਮਾਂ ਨੂੰ ਕਹਿੰਦੀ ਇੱਕ ਮੌਕਾ ਹੋਰ ਦੇ ਦਿਓ, ਇਹਨੂੰ ਅਮੀਰ ਕਰਨ ਦਾ ਇੱਕ ਮੌਕਾ ਹੋਰ। ਸਾਧ ਸੰਗਤ ਜਿੰਨਾ ਯਤਨ ਮਰਜ਼ੀ ਕਰ ਲਓ, ਜਿੰਨੀ ਦੇਰ ਤੱਕ ਇਸ ਜੀਵ ਨੂੰ ਅਕਾਲ ਪੁਰਖ ਵਾਹਿਗੁਰੂ ਦਾ, ਸਾਧੂ ਸੰਤਾਂ ਦਾ ਮਿਲਾਪ ਨਹੀਂ ਨਾ ਹੁੰਦਾ, ਓਨੀ ਦੇਰ ਤੱਕ ਇਹ ਜੀਵ ਨੂੰ ਕੋਈ ਅਮੀਰ ਨਹੀਂ ਕਰ ਸਕਦਾ। ਜੇ ਨਾਮ ਸਿਮਰਨ ਭਜਨ ਬੰਦਗੀ ਦੀ ਦੌਲਤ ਲੈਣੀ ਹੈ ਤਾਂ ਵੀ ਸਾਧੂ ਸੰਤਾਂ ਦੇ ਦਰ ਤੋਂ ਮਿਲੇਗੀ। ਜੇ ਅਮੀਰੀ ਲੈਣੀ ਹੈ, ਸੱਤਵੇਂ ਪਾਤਸ਼ਾਹ ਦੇ ਕੋਲ ਕਾਲਾ ਆਪਣੇ ਭਤੀਜਿਆਂ ਨੂੰ ਲੈ ਕੇ ਆਇਆ ਸੀ, ਢਿੱਡ ਵਜਾ ਰਹੇ ਸੀ ਉਹ, ਪੇਟ ਦੇ ਉੱਤੇ ਸਰੀਰ ਤੇ ਕੱਪੜਾ ਨਹੀਂ ਸੀ ਪਾਇਆ ਹੋਇਆ, ਕੋਈ ਨੰਗਾ ਢਿੱਡ ਸੀ ਉਹਨਾਂ ਦਾ। ਕਹਿੰਦੇ ਸੀ ਅੰਤਾਂ ਦੇ ਗਰੀਬ ਹਾਂ। ਤਾਂ ਸਾਧ ਸੰਗਤ ਨਾਭਾ, ਜੀਂਦ, ਫਰੀਦਕੋਟ ਰਿਆਸਤ, ਇਹ ਸਾਰੀਆਂ ਰਿਆਸਤਾਂ ਦੇ ਮਾਲਕ ਬਣਾਤਾ ਸੀ ਸੱਤਵੇਂ ਪਾਤਸ਼ਾਹ ਨੇ। ਕੋਈ ਮਾੜੀ ਮੋਟੀ ਗੱਲ ਥੋੜੋ ਹੈ। ਅਮੀਰੀ ਵੀ ਸਤਿਗੁਰੂ ਦੇਣਗੇ ਔਰ ਰਾਜ ਭਾਗ ਵੀ ਸਤਿਗੁਰੂ ਦੇਣਗੇ, ਮਾਣ ਇੱਜ਼ਤ ਸਤਿਕਾਰ ਵੀ ਦੇਣਗੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਮੁਸਲਮਾਨ ਬੜੇ ਮਾੜੇ ਹੁੰਦੇ ਹੈ, ਇੱਕ ਪਾਸੇ ਅਸੀਂ ਜਦੋਂ ਭਾਈ ਗਨੀ ਖਾਂ ਤੇ ਨਵੀ ਖਾਂ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ, ਪਹਿਲਾਂ ਉਸ ਮੁਸਲਮਾਨ ਵੀਰਾਂ ਨੂੰ ਹੀ ਮੱਥਾ ਟੇਕਦੇ ਹਾਂ, ਫਿਰ ਜਾ ਕੇ ਅਸੀਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਾਂ। ਸਤਿਗੁਰੂ ਹੀ ਮਾਣ ਇੱਜ਼ਤ ਸਤਿਕਾਰ ਦੇ ਸਕਦੇ ਹਨ ਜੇ ਗੁਰਬਾਣੀ ਦੇ ਨਾਲ ਜੁੜਾਂਗੇ, ਸਤਿਪੁਰਸ਼ਾਂ ਦੇ ਪ੍ਰਵਚਨ ਸੁਣਾਂਗੇ, ਸਤਿਪੁਰਸ਼ਾਂ ਦੀ ਸੰਗਤ ਕਰਾਂਗੇ। ਉਹ ਸਾਡੇ ਔਗਣ ਸਾਡੇ ਵਿੱਚੋਂ ਕੱਢ ਦੇਣਗੇ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਸਤਿਗੁਰੂ ਸਾਡੇ ਵਿੱਚੋਂ ਜਦੋਂ ਮੇਰਾ ਭਰਿਆ ਹੱਥ ਸਾਡੇ ਸਿਰ ਤੇ ਰੱਖਣਗੇ ਤਾਂ ਸਾਡੇ ਵਿੱਚੋਂ ਔਗਣ, ਪਾਪ ਕਰਮ, ਵਿਸ਼ੇ ਰਸ ਸਾਰੇ ਖਤਮ ਹੋ ਜਾਣਗੇ। ਸਾਡਾ ਉੱਚਾ ਤੇ ਸੁੱਚਾ ਜੀਵਨ ਹੋ ਜਾਏਗਾ। ਪਾਪ ਕਰਮਾਂ ਤੋਂ ਅਸੀਂ ਬਚ ਜਾਵਾਂਗੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਜਦੋਂ ਕਿਰਪਾ ਹੋ ਜਾਏਗੀ, ਕਰਮ ਚੰਗੇ ਬਣ ਜਾਣਗੇ, ਫਿਰ ਮਿਲਾਂਗੇ। ਜਦੋਂ ਅਸੀਂ ਆਪ ਦੇ ਕਰਮ ਆਪ ਬਣਾਉਣ ਦਾ ਯਤਨ ਕਰਦੇ ਹਾਂ ਵੀ ਮੈਂ ਬਣ ਜੂੰਗਾ ਅਮੀਰ, ਹੁਣ ਮੈਂ ਆਹ ਗੇਮ ਖੇਡ ਕੇ ਲੋਕਾਂ ਤੋਂ ਪੈਸਾ ਲੁੱਟ ਕੇ ਬਣ ਜੂੰਗਾ ਅਮੀਰ, ਫੇਰ ਨਹੀਂ ਬਣਿਆ ਜਾਂਦਾ। ਹੁਣ ਜਦੋਂ ਸਾਧ ਸੰਗਤ ਤੀਜੇ ਦਿਨ ਫਿਰ ਮਾਇਆ ਆ ਕੇ ਕੋਲ ਖੜ ਗਈ। ਮਾਇਆ ਆ ਕੇ ਕਹਿੰਦੀ ਗੱਲ ਸੁਣ, ਤੇਰੇ ਜਿੰਨਾ ਮੂਰਖ ਮੈਂ ਦੁਨੀਆ ਤੇ ਨਹੀਂ ਦੇਖਿਆ। ਇੰਨਾ ਧਨ ਪਦਾਰਥ ਜੇ ਮੈਂ ਕਿਸੇ ਨੂੰ ਦਿੰਦੀ ਉਹ ਤਾਂ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ, ਤੇ ਤੋ ਸਾਂਭਿਆ ਨਹੀਂ ਜਾਂਦਾ ਇੰਨਾ ਪੈਸਾ। ਕਹਿੰਦਾ ਕੀ ਕਰਾਂ ਮਾਈ, ਮੇਰੇ ਮਾੜੇ ਕਰਮ ਇੰਨੇ ਜ਼ਿਆਦਾ ਹੋ ਚੁੱਕੇ ਐ ਕਿ ਤੂੰ ਤਾਂ ਬੜਾ ਕੁਛ ਦਿੰਨੀ ਐ, ਪਰ ਮੇਰੇ ਤੋਂ ਸਾਂਭਿਆ ਨਹੀਂ ਜਾਂਦਾ। ਮੈਨੂੰ ਸਮਝ ਨਹੀਂ ਆਉਂਦੀ ਮੇਰੇ ਤੋਂ ਸਾਂਭਿਆ ਕਿਉਂ ਨਹੀਂ ਜਾਂਦਾ। ਹੁਣ ਉਹ ਸਮਝਾਉਂਦੀ ਹੈ, ਕਹਿੰਦੀ ਆ ਲੈ, ਹੁਣ ਮੈਂ ਤੇਰੇ ਕੋਲ ਲਾਸਟ ਵਾਰੀ ਆਈ ਹਾਂ, ਮੁੜ ਕੇ ਨਹੀਂ ਮੈਂ ਆਉਣਾ ਤੇਰੇ ਕੋਲੇ, ਬਸ ਆਖਰੀ ਵਾਰ। ਤੇ ਆਹ ਦੇਖ ਮੈਂ ਤੈਨੂੰ ਦਿੰਨੀ ਆ 9 ਲੱਖਾਂ ਹਾਰ। ਉਹਨੇ ਦੱਸਿਆ ਨਾ ਵੀ ਮੈਂ ਮੰਜੇ ਤੇ ਰੱਖ ਕੇ ਮਾਇਆ ਗਮਾਂਡ ਚੋਂ ਘਰ ਵਾਲੀ ਨੂੰ ਬੁਲਾਉਣ ਚਲਿਆ ਗਿਆ, ਤੇ ਦੂਜੀ ਪਤਾ ਨਹੀਂ ਹੁਣ ਕੌਣ ਆਇਆ, ਕੌਣ ਮਾਇਆ ਚੁੱਕ ਕੇ ਲੈ ਗਿਆ। ਹੁਣ ਮਾਇਆ ਨੇ ਸਭ ਕੁਝ ਦੇਖਿਆ। ਕਹਿੰਦੀ ਜੇ ਕਿਤੇ ਮਾਇਆ ਰੱਖਣੀ ਵੀ ਪੈ ਗਈ ਨਾ, ਐ ਢੱਕ ਕੇ ਰੱਖੀ, ਜੇ ਹੋਰ ਨਹੀਂ ਕੁਛ ਪੱਗੇ ਲਾ ਲਈ ਸਿਰ ਤੋਂ, ਉਹਦੇ ਵਿੱਚ ਲੁਕੋ ਕੇ ਢੱਕ ਕੇ ਸਵਾਰ ਕੇ ਰੱਖੀ। ਤਬਲਾ ਤਾਂ ਅਸੀਂ ਤੇਰੇ ਕੋਲ ਮੁੜ ਕੇ ਆਉਣਾ ਹੀ ਨਹੀਂ ਹੈ, ਇਹ ਲਾਸਟ ਵਾਰ ਤੇਰੇ ਕੋਲ ਆ ਗਏ, ਹੁਣ ਤੇਰੀ ਮਰਜ਼ੀ ਹੈ, ਤੂੰ ਇਹ ਸਾਂਭਣੀ ਹੈ ਕਿ ਗਵਾਉਣੀ ਹੈ। 9 ਲੱਖਾਂ ਹਾਰ ਮਾਇਆ ਨੇ ਸਾਧ ਸੰਗਤ ਦੇ ਦਿੱਤਾ। ਕਹਿੰਦੇ ਆ ਲੈ 9 ਲੱਖਾਂ ਹਾਰ,
ਇਹਨੂੰ ਲੈ ਜਾ ਘਰ ਨੂੰ, ਘਰ ਵਾਲੀ ਦੇ ਪਹਿਨਾ ਦੀ, ਬਾਅਦ ਵਿੱਚ ਵੇਚ ਲਈ ਜੇ ਵੇਚਣਾ ਹੋਇਆ, ਪਰ ਸੁੰਨਾ ਨਾ ਛੱਡੀ ਕਿਤੇ, ਕੱਲਾ ਨਾ ਛੱਡੀ ਕਿਤੇ, ਲੁਕੋ ਕੇ ਢੱਕ ਕੇ ਰੱਖੀ ਜੇ ਕਿਤੇ ਤੈਨੂੰ ਰੱਖਣਾ ਵੀ ਪੈ ਗਿਆ। ਫੜਨ ਨੂੰ ਜੀ ਨਹੀਂ ਕਰਦਾ, ਅੰਤਾਂ ਦੀ ਤਾਂ ਗਰੀਬੀ ਆ ਗਈ। ਇੰਨਾ ਯਤਨ ਕੀਤਾ ਫਿਰ ਵੀ ਇਹ ਧਨ ਪਦਾਰਥ ਸਾਂਭਿਆ ਹੀ ਨਹੀਂ ਗਿਆ, ਕੀ ਕੀਤਾ ਜਾਵੇ। ਜੀ ਨਹੀਂ ਕਰਦਾ ਪੈਸਾ ਫੜਨ ਨੂੰ, ਲੱਕੜਾਂ ਹੀ ਕੱਟੀ ਜਾਂਦਾ ਜ਼ੋਰ ਜ਼ੋਰ ਨਾਲ। ਉਹ ਕਹਿੰਦੀ ਤੂੰ ਫੜ ਲੈ ਇੱਕ ਵਾਰੀ, ਕਹਿੰਦਾ ਨਹੀਂ ਮੇਰਾ ਮਨ ਨਹੀਂ, ਮੇਰੇ ਕੋਲ ਕਿਹੜਾ ਰਹਿਣਾ ਹੈ, ਤੂੰ ਲੈ ਜਾ ਜਿੱਥੇ ਲੈ ਕੇ ਜਾਣਾ, ਕਿਸੇ ਹੋਰ ਨੂੰ ਦੇ ਦੇ, ਮੈਨੂੰ ਨਾ ਤੂੰ ਦੇ। ਇੰਨੀ ਮਾਇਆ ਮੇਰੇ ਕਰਮਾਂ ਵਿੱਚ ਨਹੀਂ ਰਹੀ, ਇਹ ਮੇਰੇ ਕਰਮਾਂ ਵਿੱਚ ਕਿੱਥੋਂ ਰਹਿ ਜੂ। ਉਹ ਕਹਿੰਦੀ ਨਹੀਂ ਤੂੰ ਲੈ। ਕਰਮ ਖੜੇ ਮੁਸਕਰਾ ਰਹੇ ਹਨ। ਕਹਿੰਦੇ ਮਾਇਆ ਪੂਰਾ ਯਤਨ ਕਰ ਰਹੀ ਹੈ ਉਸ ਨੂੰ ਅਮੀਰ ਕਰਨ ਦਾ। ਦੇਖਦੇ ਆ ਮਾਇਆ ਇਹਨੂੰ ਅਮੀਰ ਕਰ ਲੂਗੀ, ਕਿੰਨਾ ਕੁ ਅਮੀਰ ਕਰ ਸਕਦੀ ਹੈ ਮਾਇਆ ਇਸ ਗਰੀਬ ਲੱਕੜਹਾਰੇ ਨੂੰ। ਸਾਧ ਸੰਗਤ, ਮਾਇਆ ਨੇ ਜ਼ੋਰ ਪਾ ਕੇ ਉਹਨੂੰ 9 ਲੱਖਾ ਹਾਰ ਦੇ ਦਿੱਤਾ। ਹੁਣ 9 ਲੱਖਾ ਹਾਰ ਤਾਂ ਉਹਨੇ ਲੈ ਲਿਆ, ਹੁਣ ਕੁਹਾੜਾ ਸਿੱਟਿਆ ਨਹੀਂ, ਕੁਹਾੜਾ ਵੀ ਕੋਲ ਹੀ ਪਕੜਿਆ ਹੋਇਆ ਹੈ। ਕਹਿੰਦਾ ਘਰ ਵਾਲੀ ਨੂੰ ਦਿਖਾ ਤਾਂ ਦਊਂਗਾ ਵੀ ਮੈਂ ਲੱਕੜਾਂ ਕੱਟਦਾ ਸੀ, ਪਤਾ ਉਹਨੂੰ ਪੂਰਾ ਵੀ ਮੇਰੇ ਤੋਂ ਨਾ ਇਹ ਸਾਂਭਿਆ ਨਹੀਂ ਜਾਣਾ। ਪਤਾ ਹੈ ਉਹਨੂੰ, ਆਪਾਂ ਨੂੰ ਪਤਾ ਹੀ ਹੁੰਦਾ ਹੈ ਵੀ ਇਹ ਚੀਜ਼ ਮੇਰੇ ਕਰਮਾਂ ਦੇ ਵਿੱਚ ਹੈ ਜਾਂ ਨਹੀਂ ਹੈ, ਮੈਂ ਇਸ ਮਾਇਆ ਦੇ ਇਹਨੂੰ ਵਰਤ ਸਕਦਾ ਕਿ ਨਹੀਂ ਵਰਤ ਸਕਦਾ। ਤੁਸੀਂ ਕਹਿੰਦੇ ਨਹੀਂ ਕਈ ਵਾਰੀ ਵੀ ਜਦੋਂ ਆ ਪਦਾਰਥ ਮੇਰੇ ਕੋਲ ਆਏ ਮੇਰਾ ਮੱਥਾ ਠਣਕ ਗਿਆ, ਤੁਸੀਂ ਕਹਿੰਦੇ ਹੋ ਨਾ ਵੀ ਮੇਰੇ ਕੋਲ ਰਹਿਣਾ ਨਹੀਂ, ਇਹ ਮੈਨੂੰ ਲੱਗ ਗਿਆ ਸੀ ਪਤਾ, ਤਾਂ ਹੀ ਦੇਖ ਲਾ ਮੇਰਾ ਬਟੂਆ ਡਿੱਗ ਗਿਆ। ਕਈ ਵਾਰ ਕਹਿੰਦੇ ਮੇਰਾ ਸਾਈਕਲ ਚੋਰੀ ਹੋ ਗਿਆ, ਮੇਰਾ ਮੋਟਰਸਾਈਕਲ ਚੋਰੀ ਹੋ ਗਿਆ, ਤੁਸੀਂ ਕਹਿੰਦੇ ਹੋ ਕਈ ਵਾਰੀ, ਕਿਉਂਕਿ ਤੁਸੀਂ ਉਦੋਂ ਕਹਿੰਦੇ ਹੋ ਕਿ ਮੇਰਾ ਮੱਥਾ ਠਣਕ ਗਿਆ, ਭਾਵ ਅੰਦਰੋਂ ਤੁਹਾਨੂੰ ਆਵਾਜ਼ ਆ ਗਈ ਸੀ ਇਸ ਚੀਜ਼ ਦੀ। ਹੁਣ ਜਦੋਂ ਉਹ ਲੈ ਕੇ ਤੁਰ ਪਿਆ 9 ਲੱਖਾ ਹਾਰ, ਸਾਧ ਸੰਗਤ ਉਹ ਨਦੀ ਦੇ ਕਿਨਾਰੇ ਬੈਠਾ ਸੋਚਦਾ ਹੈ, ਸੋਚੀ ਜਾਂਦਾ ਵੀ ਇੱਥੇ ਸੀ ਮੈਂ ਜਦੋਂ ਮੈਨੂੰ ਮਾਇਆ ਨੇ ਹੀਰਾ ਦਿੱਤਾ ਸੀ, ਲਾਲ ਡਾਇਮੰਡ ਦਿੱਤਾ ਸੀ, ਇੱਥੇ ਮੈਂ ਪਾਣੀ ਪੀਣ ਲੱਗਿਆ ਸੀ, ਆ ਪਾਣੀ ਦੇ ਵਿੱਚ ਰੁੜ ਗਿਆ ਸੀ। ਹੇ ਮੇਰੀ ਇਹ ਮਾੜੀ ਕਿਸਮਤ, ਹੇ ਮੇਰੇ ਮਾੜੇ ਕਰਮੋ, ਜੇ ਕਿਤੇ ਅੱਜ ਮੇਰੇ ਕੋਲ ਹੀਰਾ ਲਾਲ ਹੁੰਦਾ ਮੈਂ ਕਿੰਨਾ ਅਮੀਰ ਹੋਣਾ ਸੀ। ਸੋਚਦਾ ਆਪਣੇ ਮਨ ਦੇ ਨਾਲ, ਸੋਚਦੇ ਗੱਲਾਂ ਸਾਰੀਆਂ। ਹੁਣ ਉੱਥੇ ਬੈਠਾ ਕਹਿੰਦਾ ਘਰੇ ਜਾਊਂਗਾ, ਘਰ ਵਾਲੀ ਨੇ ਫੇਰ ਲੜਨਾ। ਇੰਨੇ ਦਿਨਾਂ ਦੀ, ਅੱਜ 4 ਦਿਨ ਹੋ ਗਏ ਉਹਨੂੰ ਭੁੱਖਿਆਂ। ਜਵਾਕ ਛੋਟੇ ਛੋਟੇ ਭੁੱਖੇ ਬਿਲਕਦੇ ਨੇ, ਰੋਂਦੇ, ਮੇਰੇ ਤੋਂ ਦੇਖੇ ਨਹੀਂ ਜਾਂਦੇ, ਮੈਂ ਘਰੇ ਜਾਵਾਂ ਕਿ ਨਾ ਜਾਵਾਂ, ਇਸ ਤਰ੍ਹਾਂ ਸੋਚੀ ਜਾ ਰਿਹਾ ਹੈ। ਮਨ ਉਦਾਸ ਹੈ ਬਹੁਤ ਜ਼ਿਆਦਾ, ਚਿੱਤ ਕਰਦਾ ਕਦੇ ਜਾਣ ਵਾਸਤੇ ਕਦੇ ਨਾ ਜਾਣ ਵਾਸਤੇ, ਮਨ ਉਦਾਸ ਹੈ, ਵੈਰਾਗੀ ਹੈ। ਹੁਣ ਤਿਆਰੀ ਕਰ ਲਈ, ਕਹਿੰਦਾ ਜਾਣਾ ਤਾਂ ਪੈਣਾ ਹੀ ਹੈ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦ੍ਰਿੰ ਮਹਾ ਵਿਖਿਆਦੰ ਸਿਮਰੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਹਿੰਦੇ ਹੁਣ ਜਾਣਾ ਤਾਂ ਪੈਣਾ ਹੀ ਹੈ ਨਾ ਘਰੇ, ਇੰਨੇ ਦਿਨ ਹੋ ਗਏ ਇਸ਼ਨਾਨ ਵੀ ਨਹੀਂ ਕੀਤਾ, ਆ ਜਾਣਾ ਉਹ ਬੀਬੀ ਨਾਲ ਗੱਲਾਂ ਕਰਕੇ ਪੈਸੇ ਲੈ ਕੇ ਮੁੜ ਜਾਣਾ, ਪੈਸੇ ਸਾਡੇ ਕਰਮਾਂ 'ਚ ਹੀ ਹੈ ਨਹੀਂ। ਇੰਨਾ ਉਦਾਸ। ਉਹ 9 ਲੱਖਾ ਹਾਰ ਨਾ ਐਂ ਰੱਖ ਕੇ ਕਹਿੰਦਾ ਮੈਂ ਨਹਾ ਕੇ ਆਉਣਾ, ਇਸ਼ਨਾਨ ਕਰਕੇ ਆਉਣਾ। ਘਰੇ ਗਏ ਨੂੰ ਕਿਤੇ ਮੈਨੂੰ ਵੀ ਕ੍ਰੋਧ ਨਾ ਆ ਜਾਵੇ, ਦਿਮਾਗ ਨੂੰ ਗਰਮੀ ਮੇਰੇ ਵੀ ਬਹੁਤ ਹੈ। ਉਹ ਮੈਨੂੰ ਗਾਲਾਂ ਕੱਢਦੀ ਹੈ, ਮੈਂ ਉਹਨੂੰ ਗਾਲਾਂ ਬੜੀਆਂ ਕੱਢਦਾ। ਮੈਂ ਜਦੋਂ ਰੱਖਣ ਲੱਗੇ ਯਾਦ ਆ ਗਿਆ ਵੀ ਉਹ ਬੀਬੀ ਨੇ ਕਿਹਾ ਸੀ ਮਾਇਆ ਨੇ ਵੀ ਜੇ ਕਿਤੇ ਰੱਖਣਾ ਵੀ ਪੈ ਗਿਆ ਨਾ ਛੁਪਾ ਕੇ ਰੱਖੀ, ਲੁਕੋ ਕੇ ਰੱਖੀ। ਹੁਣ ਸਾਧ ਸੰਗਤੋਂ ਨੇ ਉਹ ਹਾਰ ਆਪਣੀ ਪੱਗ ਦੇ ਵਿੱਚ ਛੁਪਾ ਕੇ ਸਵਾਰ ਕੇ ਲਪੇਟ ਕੇ ਰੱਖ ਦਿੱਤਾ। ਆਪ ਨਦੀ ਦੇ ਵਿੱਚ ਵੜ ਗਿਆ, ਦੇਖਦਾ ਦੇਖਦਾ ਇੱਧਰ ਨੂੰ ਦੇਖਦਾ, ਪਿਛਲ ਖੋੜੀ ਅੰਦਰ ਚਲਿਆ ਗਿਆ ਪਾਣੀ ਦੇ। ਜਦੋਂ ਚੁੱਭਾ ਮਾਰ ਕੇ ਬਾਹਰ ਨਿਕਲਿਆ, ਉੱਤੋਂ ਇੱਕ ਇੱਲ ਆਈ, ਨਾਲੇ ਤਾਂ 9 ਲੱਖਾ ਹਾਰ ਲੈ ਗਈ, ਨਾਲ ਪੱਗ ਵੀ ਗਈ। ਉਹ ਕਹਿੰਦਾ ਅੱਗੇ ਤਾਂ ਜਿਹੜੀ ਵਸਤੂ ਮਾਇਆ ਦੇ ਕੇ ਜਾਂਦੀ ਸੀ ਉਹ ਮਾਤਾ, ਅੱਗੇ ਤਾਂ ਉਹੀ ਵਸਤੂ ਜਾਂਦੀ ਹੁੰਦੀ ਸੀ, ਅੱਜ ਤਾਂ ਮੇਰੀ ਪੱਗ ਵੀ ਚਲੀ ਗਈ। ਰੋਂਦਾ ਹੈ, ਭੁੱਬਾਂ ਮਾਰਦਾ ਹੈ, ਮਾਇਆ ਗਈ ਤਬ ਰੋਗਨ ਲਗਤ ਹੈ। ਰੋਈ ਜਾਂਦਾ, ਉੱਚੀ ਉੱਚੀ ਭੁੱਬਾਂ ਮਾਰੀ ਜਾਂਦਾ, ਰੋਵਨ ਲਗਤ ਹੈ। ਹੁਣ ਗਿਆ ਨਹੀਂ ਘਰੇ, ਕਹਿੰਦਾ ਜੇ ਘਰੇ ਚਲਿਆ ਗਿਆ ਤਾਂ ਘਰ ਵਾਲੀ ਨੇ ਮੈਨੂੰ ਬੜਾ ਤੰਗ ਕਰਨਾ,
ਹੁਣ ਘਰ ਵਾਲੀ ਪਹਿਲਾਂ ਹੀ ਕੱਪੜੇ ਬੈਗ 'ਚ ਪਾਈ ਬੈਠੀ ਸੀ ਵੀ ਅੱਜ ਵੀ ਲੱਗਦਾ ਹੈ ਕੁਛ ਲੈ ਕੇ ਨਹੀਂ ਆਊਗਾ, ਮੈਂ ਇੱਥੇ ਰਹਿਣਾ ਹੀ ਨਹੀਂ ਇਹਦੇ ਕੋਲ, ਮੈਂ ਚਲੀ ਜਾਣਾ। ਗਰੀਬੀ ਇੱਕ ਬਹੁਤ ਵੱਡਾ ਦੁੱਖ ਹੈ ਸਾਧ ਸੰਗਤ। ਇਹ ਵੀ ਇੱਕ ਮਾੜੇ ਕਰਮ ਭੋਗਣ ਵਾਸਤੇ ਅਸੀਂ ਕਿਸੇ ਗਰੀਬ ਦੇ ਘਰ ਪੈਦਾ ਹੁੰਦੇ ਹਾਂ। ਅੰਤਾਂ ਦੀ ਗਰੀਬੀ ਭੋਗ ਕੇ ਅਸੀਂ ਗਰੀਬੀ 'ਚ ਹੀ ਮਰ ਜਾਂਦੇ ਹਾਂ। ਅਸੀਂ ਸਾਰੀ ਜ਼ਿੰਦਗੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਸਗੋਂ ਸਵੇਰੇ ਸ਼ਾਮ ਰੱਬ ਨਾਲ ਲੜਾਈ ਕਰਦੇ ਰਹਿੰਦੇ ਹਾਂ। ਤੂੰ ਗਰੀਬੀ ਦਿੱਤੀ ਰੱਬਾ, ਤੂੰ ਗਰੀਬੀ ਦਿੱਤੀ ਰੱਬਾ, ਮੈਂ ਤੇਰਾ ਕੀ ਮਾੜਾ ਕੀਤਾ, ਤੂੰ ਗਰੀਬੀ ਦਿੱਤੀ। ਇਹ ਨਹੀਂ ਕਹਿੰਦੇ ਹੇ ਵਾਹਿਗੁਰੂ, ਜਿਸ ਵੀ ਤੂੰ ਅਵਸਥਾ ਵਿੱਚ ਸਾਨੂੰ ਰੱਖ ਰਿਹਾ ਸਾਨੂੰ ਮਨਜ਼ੂਰ ਹੈ। ਜੇ ਕਿਤੇ ਸਾਡੇ ਗਰੀਬਾਂ ਤੇ ਤੈਨੂੰ ਤਰਸ ਆ ਜਾਵੇ, ਕਿਰਪਾ ਕਰਕੇ ਸਾਡੀ ਵੀ ਗਰੀਬੀ ਕੱਟ ਦੀ। ਧਿਆਨ ਮਾਰਿਆ ਕਰੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੱਲ। ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਦੋਂ ਜਨਮ ਹੋਇਆ, ਮਾਤਾ ਚੜ੍ਹਾਈ ਕਰ ਗਈ। ਜਦੋਂ ਆਪ ਜੀ 6 ਕੁ ਸਾਲ ਦੇ ਹੋਏ, ਪਿਤਾ ਹਰਦਾਸ ਜੀ ਚੜ੍ਹਾਈ ਕਰ ਗਏ। ਨਾਨੀ ਮਾਂ ਲਾਹੌਰ ਚੂਨਾ ਮੰਡੀ ਤੋਂ ਇਹ ਛੋਟੇ ਜਿਹੇ ਬਾਲਕ ਨੂੰ ਲੈ ਕੇ ਬਾਸਰ ਕੇ ਪਿੰਡ ਪਹੁੰਚ ਗਈ। ਇਹਨੂੰ ਉਦੋਂ ਬਾਸਰ ਕੇ ਗਿੱਲਾਂ ਕਿਹਾ ਜਾਂਦਾ ਸੀ। ਬਾਸਰ ਕੇ ਪਿੰਡ ਵਿੱਚ ਪਹੁੰਚ ਗਈ। ਨਾਨੀ ਮਾਂ ਨੇ ਪਾਲਿਆ। ਉੱਥੇ ਚਾਚੇ ਤਾਏ ਬਥੇਰੇ ਸੀ, ਕਿਸੇ ਨੇ ਨਹੀਂ ਸੰਭਾਲਿਆ ਕਿ ਸਾਡਾ ਇਹ ਪੁੱਤਰ ਹੈ, ਸਾਡਾ ਪੋਤਰਾ ਹੈ, ਸਾਡਾ ਭਤੀਜਾ ਹੈ, ਕਿਸੇ ਨੇ ਨਹੀਂ ਸਾਂਭਿਆ। ਸਾਰੇ ਕਹਿੰਦੇ ਚਲਿਆ ਜਾਵੇ, ਉੱਜੜ ਜਾਵੇ ਇੱਥੋਂ, ਇਹਦੀ ਪ੍ਰਾਪਰਟੀ ਅਸੀਂ ਹਥਿਆ ਲਵਾਂਗੇ, ਇਹਦੀ ਪ੍ਰਾਪਰਟੀ ਤੇ ਅਸੀਂ ਰਾਜ ਕਰਾਂਗੇ। ਇਹ ਤਾਂ ਮਰ ਗਿਆ, ਮਾਂ ਪਿਓ ਮਰ ਗਏ, ਇਹਦਾ ਕੌਣ ਹੈ ਇੱਥੇ? ਇਸ ਤਰ੍ਹਾਂ ਦੇ ਲਫ਼ਜ਼ ਬੋਲੇ ਗਏ। ਗੁਰੂ ਰਾਮਦਾਸ ਭਾਵ ਭਾਈ ਜੇਠਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪਹੁੰਚ ਗਏ। ਕਿਉਂਕਿ ਜਦੋਂ ਬਾਸਰ ਕੇ ਪਹੁੰਚੇ, ਉੱਥੇ ਹੀ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਉਹ ਨਾਨੀ ਮਾਂ ਸਤਿਗੁਰੂ ਗੁਰੂ ਅਮਰਦਾਸ ਉਹਨਾਂ ਨੂੰ ਮਿਲੇ ਕਿ ਤੁਹਾਡੇ ਜਵਾਈ ਵੀ ਚੜ੍ਹਾਈ ਕਰ ਗਿਆ, ਨੂੰਹ ਵੀ ਚੜ੍ਹਾਈ ਕਰ ਗਈ, ਇਸ ਤਰ੍ਹਾਂ ਅਸੀਂ ਗੋਇੰਦਵਾਲ ਸਾਹਿਬ ਨਗਰ ਵਸਾ ਰਹੇ ਹਾਂ, ਜੇ ਕਿਤੇ ਸਮਾਂ ਬਣਿਆ ਤਾਂ ਤੁਸੀਂ ਉੱਥੇ ਆ ਜਾਇਓ। ਇਹ ਛੋਟਾ ਜਿਹਾ ਬਾਲਕ, ਤੁਸੀਂ ਨਿਗਾਹ ਮਾਰਿਆ ਕਰੋ ਗਰੀਬੀ ਕਿੰਨਾ ਕਿੰਨਾ ਤੇ ਆਈ। ਛੋਟਾ ਜਿਹਾ ਬਾਲਕ ਹੈ, 6 7 8 ਸਾਲ ਦਾ ਹੋ ਗਿਆ। ਮਾਤਾ ਛੋਲੇ ਉਬਾਲ ਕੇ ਉਹਨਾਂ ਨੂੰ ਨੂਣ ਲਗਾ ਕੇ ਘੁੰਗਣੀਆਂ ਬਣਾ ਕੇ ਦਿੰਦੀ, ਵੇਚ ਆਇਆ ਕਰ। ਹੁਣ ਛੋਟਾ ਜਿਹਾ ਬਾਲਕ ਵੇਚਦਾ ਫਿਰਦਾ ਘੁੰਗਣੀਆਂ। ਸੰਤ ਜਨ ਆ ਗਏ, ਉਹ ਸਾਰੀਆਂ ਘੁੰਗਣੀਆਂ ਛੋਲੇ ਖਾ ਲਏ। ਕਹਿੰਦੇ ਪੁੱਤ ਪੈਸੇ ਤਾਂ ਹੈ ਨਹੀਂ ਸਾਡੇ ਕੋਲੇ। ਕਹਿੰਦੇ ਸੱਤ ਹੈ ਮਹਾਰਾਜ। ਉਹ ਟੋਕਰੀ ਹੋਏ ਸਿਰ ਤੇ ਮੂਧੀ ਮਾਰਤੀ। ਕਹਿੰਦੇ ਇੱਕ ਦਿਨ ਤੇਰੇ ਸਿਰ ਦੇ ਉੱਤੇ ਸੋਨੇ ਦੇ ਛਤਰ ਝੂਲਣਗੇ, ਇੱਕ ਦਿਨ ਤੂੰ ਅਮੀਰ ਹੋਵੇਂਗਾ, ਤੂੰ ਇੱਕ ਦਿਨ ਰਾਜਿਆਂ ਦਾ ਰਾਜਾ ਹੋਵੇਂਗਾ, ਬੜੇ ਬੜੇ ਰਾਜੇ ਮਹਾਰਾਜੇ ਤੇਰੇ ਚਰਨਾਂ 'ਚ ਨਮਸਕਾਰਾਂ ਕਰਿਆ ਕਰਨਗੇ। ਉਹ ਬਾਲਕ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਇੰਨੀ ਗਰੀਬੀ ਸੀ, ਜਦੋਂ ਘਰੇ ਜਾ ਕੇ ਖਾਲੀ ਟੋਕਰੀ ਖਾਲੀ ਹੱਥ ਦਿਖਾਏ ਨਾਨੀ ਮਾਂ ਨੂੰ, ਮਾਂ ਕਹਿੰਦੀ ਪੁੱਤ ਪੈਸੇ ਅੱਜ ਦੀ ਬਚਤ, ਅੱਜ ਦੀ ਬੱਚਤ, ਅੱਜ ਦਾ ਪੈਸਾ, ਅੱਜ ਦੀ ਕਮਾਈ ਕਿੱਥੇ ਹੈ? ਓਹੋ, ਕਹਿੰਦਾ ਸੰਤ ਜਨ ਆ ਗਏ ਸੀ, ਭੁੱਖੇ ਸੀ, ਮੈਂ ਸਾਰੇ ਛੋਲੇ ਉਹਨਾਂ ਨੂੰ ਛਕਾਤੇ, ਮੇਰੇ ਕੋਲ ਤਾਂ ਕੋਈ ਪੈਸਾ ਹੀ ਨਹੀਂ ਹੈਗਾ। ਨਾਨੀ ਮੈਂ ਕਹਿੰਦੀ ਕੀਤਾ ਤਾਂ ਤੂੰ ਚੰਗਾ ਕੰਮ ਹੈ, ਪਰ ਆਪਾਂ ਗਰੀਬ ਬਹੁਤ ਆ, ਤੂੰ ਸਾਰਾ ਕੁਛ ਹੀ ਸੰਤਾਂ ਨੂੰ ਛਕਾਤਾ। ਮੈਂ ਤਾਂ ਜੋ ਤੂੰ ਪੈਸਾ ਲੈ ਕੇ ਆਉਂਦਾ ਹੁੰਦਾ ਸੀ ਛੋਲੇ ਘੁੰਗਣੀਆਂ ਵੇਚ ਕੇ, ਉਹਦੇ ਵਿੱਚੋਂ ਥੋੜੇ ਜਿਹੇ ਛੋਲੇ ਲੈ ਆਉਂਦੀ ਸੀ, ਬਾਕੀ ਤੇਰੇ ਤੇ ਮੇਰੇ ਜੋਗਾ ਰਾਸ਼ਨ ਲੈ ਆਉਂਦੀ ਸੀ ਛਕਣ ਵਾਸਤੇ। ਹੁਣ ਮੈਂ ਕਿੱਥੋਂ ਲੈ ਕੇ ਆਵਾਂਗੀ ਛੋਲੇ ਘੁੰਗਣੀਆਂ ਬਣਾਉਣ ਵਾਸਤੇ? ਛਕਾਂਗੇ ਕੀ ਆਪਾਂ? ਮਨ ਵਿੱਚ ਖਿਆਲ ਆਇਆ ਕਿ ਆਪਾਂ ਗੁਰੂ ਅਮਰਦਾਸ ਦੇ ਦਰਬਾਰ 'ਚ ਚੱਲੀਏ, ਗੋਇੰਦਵਾਲ ਸਾਹਿਬ। ਸਾਧ ਸੰਗਤ ਜੀ ਚਾਲੇ ਪਾਤ ਤੇ ਉੱਥੇ ਜਾ ਕੇ ਸਾਰਾ ਦਿਨ ਸੇਵਾ ਕਰਦੇ ਹਨ। ਪਹਿਲਾਂ ਘੁੰਗਣੀਆਂ ਹੀ ਵੇਚੀਆਂ। ਸਤਿਗੁਰੂ ਕਹਿੰਦੇ ਤੁਸੀਂ ਕਿਉਂ ਦੁਕਾਨਦਾਰੀ ਦੇ ਚੱਕਰ 'ਚ ਪੈਂਦੇ ਹੋ? ਪ੍ਰਸ਼ਾਦਾ ਹੀ ਤਾਂ ਛਕਣਾ ਤੁਸੀਂ ਦੋਨਾਂ ਜਾਣਿਆਂ ਨੇ। ਤੁਸੀਂ ਦਰਬਾਰ ਸਾਹਿਬ ਦੀ ਸੇਵਾ ਚੱਲਦੀ ਹੈ, ਸਰੋਵਰ ਸਾਹਿਬ ਦੀ ਕਾਰ ਸੇਵਾ ਚੱਲਦੀ ਹੈ, ਤੁਸੀਂ ਸੇਵਾ ਕਰੋ, ਉੱਥੇ ਭੋਜਨ ਛਕ ਲਿਆ ਕਰੋ। ਸਤ ਵਚਨ ਕਹਿਤਾ। ਸੇਵਾ ਕਰਦੇ 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 ਜਵਾਨ ਹੋ ਗਏ, ਜੀਵਨ ਲੇਖੇ ਲਾਤਾ। ਅਸੀਂ ਤਾਂ ਥੋੜੇ ਦਿਨ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ, ਜਦੋਂ ਸਾਨੂੰ ਲੱਗਿਆ ਵੀ ਇਹ ਤਾਂ ਜੀ ਨਾਮ ਹੀ ਜਪਾਈ ਜਾਂਦੇ ਨੇ, ਕੋਈ ਜਾਦੂ ਮੰਤਰ ਤਾਂ ਕਰਦੇ ਨਹੀਂ, ਵੀ ਆਪਾਂ ਇਹਨਾਂ ਨੂੰ ਛੱਡੋ, ਆਪਾਂ ਉਹਦੇ ਕੋਲ ਚੱਲੋ ਜਿਹੜਾ ਜਾਦੂ ਮੰਤਰ ਕਰਦਾ ਹੋਵੇ।
ਜਿਹੜਾ ਕਹਿੰਦਾ ਹੋਵੇ ਉਹਦੇ ਦਰਾਂ ਮੂਹਰੇ ਨਹਾ ਕੇ ਕੱਪੜੇ ਉਤਾਰ ਕੇ ਸਿੱਟਿਆ, ਉਹਦੇ ਦਰਾਂ ਮੂਹਰੇ ਕੁਛ ਕਰਿਆ, ਆ ਝਾੜੂ ਸਿੱਟਿਆ, ਜਿੰਦੇ ਸਿੱਟਿਆ। ਫਿਰ ਅਸੀਂ ਉਹੋ ਜਿਹੇ ਬੰਦੇ ਲੱਭਦੇ ਫਿਰਦੇ ਆ ਜਿਹੜੇ ਮਹਾਂਪੁਰਖ ਨਾਮ ਜਪਾਉਂਦੇ ਨੇ, ਭਜਨ ਕਰਾਉਂਦੇ ਨੇ, ਅੰਮ੍ਰਿਤ ਵੇਲੇ ਉਠਾਉਂਦੇ ਨੇ, ਗੁਰਬਾਣੀ ਦਾ ਸ਼ਬਦ ਦਿੰਦੇ ਨੇ, ਨਿਤਨੇਮ ਦਿੰਦੇ ਨੇ, ਜਪੋ। ਉਹਨਾਂ ਨੂੰ ਨਹੀਂ ਅਸੀਂ ਪਸੰਦ ਕਰਦੇ। ਉਹ ਲੱਗਦਾ ਵੀ ਤਾਂ ਔਖਾ ਕੰਮ ਹੈ ਨਾਮ ਜਪਣਾ। ਕੋਈ ਹੋਰ ਹੋਵੇ ਜਿਹੜਾ ਚੁਟਕੀ ਮਾਰ ਕੇ ਸਾਨੂੰ ਠੀਕ ਕਰ ਦੇਵੇ, ਉਹਦੇ ਕੋਲ ਚੱਲੀਏ ਅਸੀਂ, ਉਹਨਾਂ ਕੋਲ ਜਾਂਦੇ ਆ। ਇਹ ਬਚਨ ਮੇਰਾ ਹੈ ਤਾਂ ਕੌੜਾ ਪਰ ਹੈ ਸੱਚਾ। ਇਹ ਬਚਨ ਦੇ ਨਾਲ ਥੋੜੇ ਪ੍ਰੇਮੀ ਸਹਿਮਤ ਹੁੰਦੇ ਨੇ ਕਈ ਵਾਰੀ। ਹੁਣ ਸਾਧ ਸੰਗਤ ਸੰਤ ਜਨ ਸਾਨੂੰ ਮਿਲਦੇ ਹੀ ਨਹੀਂ, ਨਾ ਅਸੀਂ ਉਹਨਾਂ ਦੀ ਖੋਜ ਕਰਦੇ ਹਾਂ। ਅਸੀਂ ਜਾਂਦੇ ਹੀ ਉਹਨਾਂ ਕੋਲ ਜਿਹੜੇ ਸਾਡੀਆਂ ਜਨਮ ਪੱਤਰੀਆਂ ਖੋਲ੍ਹਦੇ ਨੇ, ਜਿਹੜੇ ਸਾਡੇ ਟੇਵੇ ਬਣਾਉਂਦੇ ਨੇ, ਜਿਹੜੇ ਕਹਿੰਦੇ ਨੇ ਇਹਨੇ ਕੀਤਾ ਉਹਨੇ ਕੀਤਾ। ਜਾਂਦੇ ਹੀ ਉਹਨਾਂ ਕੋਲ ਆ, ਗੁਰਬਾਣੀ ਵਾਲਿਆਂ ਕੋਲ ਨਹੀਂ ਜਾਂਦੇ ਅਸੀਂ। ਥੋੜਾ ਚਿਰ ਹੀ ਜਾਂਦੇ ਆ। ਸਾਧ ਸੰਗਤ ਫਿਰ ਜਵਾਨ ਹੋ ਗਏ ਮਹਾਰਾਜ। ਭਾਈ ਜੇਠਾ ਜੀ, ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਕਹਿੰਦੇ ਵੀ ਚੱਲ ਮੈਂ ਸੇਵਾ ਕਰਵਾ ਕੇ ਆਉਣਾ ਮਾਤਾ ਦਮੋਦਰੀ ਨੂੰ। ਕਹਿੰਦੀ ਮਹਾਰਾਜ ਸੇਵਾ ਤੇ ਲੱਗੇ ਰਹਿੰਦੇ ਹੋ, ਬੇਟੀਆਂ ਜਵਾਨ ਹੋ ਗਈਆਂ, ਆਪਾਂ ਬੇਟੀਆਂ ਦਾ ਵਿਆਹ ਵੀ ਕਰਨਾ ਹੈ। ਦਾਨੀ ਤੇ ਭਾਨੀ ਕਿੜਕੜੀਆਂ ਹੋ ਗਈਆਂ, ਵਿਆਹ ਕਰੋ। ਭਾਨੀ ਵਾਸਤੇ ਰਿਸ਼ਤਾ ਦੇਖੋ ਕੋਈ। ਬਾਹਰ ਨਿਕਲ ਕੇ ਕਮਰੇ ਚੋਂ ਕਹਿੰਦੇ ਕਿਹੋ ਜਿਹਾ ਰਿਸ਼ਤਾ ਚਾਹੀਦਾ? ਕਹਿੰਦੀ ਉਹ ਜਿਹੜਾ ਸਡੌਲ ਮੁੰਡਾ ਸੇਵਾ ਕਰਦਾ ਫਿਰਦਾ ਹੈ ਨਾ, ਨੌਜਵਾਨ, ਉਹਦੇ ਵਰਗਾ ਚਾਹੀਦਾ। ਕੋਲ ਬੁਲਾਇਆ। ਹਾਂ ਵੀ ਪੁੱਤਰਾ ਕੀ ਨਾਮ ਹੈ ਤੇਰਾ? ਕਹਿੰਦਾ ਜੀ ਜੇਠਾ ਨਾਮ ਹੈ ਮੇਰਾ, ਚੂਨਾ ਮੰਡੀ ਦੇ ਰਹਿਣ ਵਾਲਾ ਸੀ। ਤੁਹਾਡਾ ਹੁਕਮ ਹੋਇਆ, ਅਸੀਂ ਇੱਥੇ ਬਾਸਰ ਕੇ ਪਿੰਡ ਤੋਂ ਗੋਇੰਦਵਾਲ ਸਾਹਿਬ ਆ ਗਏ। ਜੱਦੀ ਸੁਰਤ ਸੰਭਲੀ ਮਹਾਰਾਜ ਤੁਹਾਡੇ ਚਰਨਾਂ ਚਾਹੀਆਂ, ਤੇਰੇ ਨਾਲ ਬੀਬੀ ਭਾਨੀ ਦਾ ਵਿਆਹ ਕਰਨਾ। ਕੱਲ ਉਹ ਇੰਨਾ ਗਰੀਬ ਸੀ ਸਾਧ ਸੰਗਤ, ਚਾਚੇ ਤਾਏ ਵੀ ਕਹਿੰਦੇ ਸੀ ਵਧੀਆ ਇੱਥੋਂ ਚਲਿਆ ਜਾਵੇ, ਉੱਜੜ ਜਾਵੇ, ਇਹਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਅਸੀਂ ਸਾਂਭ ਲਵਾਂਗੇ। ਅੱਜ ਗੁਰੂ ਅਮਰਦਾਸ ਆਪਣੀ ਬੇਟੀ ਦਾ ਵਿਆਹ ਉਹਦੇ ਨਾਲ ਕਰ ਰਹੇ ਹਨ। ਕਿੱਡੇ ਭਾਗ ਜਾਗੇ। ਔਰ ਜਦੋਂ ਭਾਗ ਇੰਨੇ ਜਾਗੇ, ਚੌਥੇ ਪਾਤਸ਼ਾਹ ਬਣਾ ਦਿੱਤਾ। ਇੰਨੇ ਕ ਅਮੀਰ ਹੋ ਗਏ ਪਰ ਨਿਮਰਤਾ ਕਿੰਨੀ। ਹੋ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇ ਰਜਤ ਮਿਲੀਐ, ਚੂਕੇ ਸਭ ਸੋਗ ਸੰਤਾਪੇ। ਐਸਾ ਗੁਰੂ ਦਾ ਦਰ ਹੈ, ਐਸਾ ਮਹਾਂਪੁਰਖਾਂ ਦਾ ਦੁਆਰ ਹੈ, ਜਿਨ੍ਹਾਂ ਦੀ ਸੰਗਤ ਕਰਕੇ ਸਾਡੇ ਸਾਰੇ ਸੋਗ ਤੇ ਸੰਤਾਪ ਤੇ ਚਿੰਤਾਵਾਂ ਮਿਟ ਜਾਂਦੀਆਂ ਨੇ। ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਇਹ ਉਹ ਦੁਆਰਾ ਹੈ ਜਿੱਥੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ। ਇੱਥੇ ਮਾਣ ਵੀ ਮਿਲਦਾ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੁਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲੇਖੋ ਉਬਾਰੀ। ਤੁਸੀਂ ਮਹਾਰਾਜ ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਖੋ ਇਹ ਬਾ। ਮਹਾਰਾਜ ਇੱਕੀ ਤਾਂ ਸਾਨੂੰ ਬਚਾ ਲਓ, ਆ ਜੀਵਨ ਤਾਂ ਸਾਡਾ ਸਫਲਾ ਕਰ ਦੋ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵ ਜਲ ਫੇਰਾ। ਹੁਣ ਜਦੋਂ ਤੀਜੀ ਵਾਰੀ ਵੀ ਮਾਇਆ ਦੇ ਗਈ ਉਸ ਨੂੰ 9 ਲੱਖਾ ਹਾਰ, ਔਰ 9 ਲੱਖਾ ਹਾਰ ਪੱਗ 'ਚ ਲੁਕੋਇਆ ਹੋਇਆ ਧਿਆਨ ਬਿਰਤੀ ਉੱਥੇ ਹੀ ਲੈ ਕੇ ਆ ਜਾਓ। ਜੋ ਆਪਣਾ ਅੱਜ ਦੀ ਵਿਚਾਰ ਚੱਲਦੀ ਹੈ, ਜਨਮ ਦਰਿਦ੍ਰੰ ਮਹਾ ਵਿਖਿਆਦੰ, ਉਹਦੇ ਤੇ ਆ ਜਾਓ ਮੁੜ ਕੇ। ਪੱਗ ਵੀ ਲੈ ਕੇ ਉੜ ਗਈ, ਵਿੱਚ 9 ਲੱਖਾ ਹਾਰ ਵੀ ਲੈ ਕੇ, ਇੱਲ ਉੜ ਗਈ, ਗਿੱਧ ਉੜ ਗਈ। ਸਾਧ ਸੰਗਤ ਰੋਂਦਾ ਹੈ, ਭੁੱਬਾ ਮਾਰਦਾ ਕਰਮਾਂ ਨੂੰ। ਉਹ ਤੁਸੀਂ ਕਹਿੰਦੇ ਨਹੀਂ ਹੁੰਦੇ ਕਈ ਵਾਰੀ, ਭੋਗ ਲੈ ਮਨਾ ਚਿੱਤ ਲਾ ਕੇ, ਲਿਖੀਆਂ ਲੇਖ ਦੀਆਂ। ਇੱਕ ਬੀਬੀਆਂ ਹੋਰ ਕਹਿੰਦੀਆਂ ਹੁੰਦੀਆਂ ਨੇ, ਲੇਖ ਜਾਣਗੇ ਨਾਲੇ ਤੁਰ ਜਾ ਭਾਵੇਂ ਬਰਮਾ ਨੂੰ। ਇਹ ਨਹੀਂ ਮਿਟਦੇ। ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ। ਇਹ ਕਿੱਥੇ ਮਿਟਦੇ ਐ? ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹਨੂੰ ਤਾਂ ਗੁਰੂ ਮੇਟ ਸਕਦਾ ਹੈ ਜਾਂ ਮਹਾਪੁਰਸ਼ ਮੇਟ ਸਕਦੇ ਨੇ।
ਕਰਮਾਂ ਤੋਂ ਕਿਵੇਂ ਕੰਮ ਲੈਣਾ, ਇਹ ਜੁਗਤੀ ਗੁਰੂਆਂ ਕੋਲੇ ਹੁੰਦੀ ਹੈ, ਹੋਰ ਨਹੀਂ ਕਿਸੇ ਕੋਲ ਹੁੰਦੀ। ਹੁਣ ਜਦੋਂ ਉਹ ਗਿਆ ਹੀ ਨਾ ਘਰੇ, ਘਰ ਵਾਲੀ ਨੇ ਬੈਗ ਚੱਕਿਆ, ਪੇਕੇ ਤੁਰ ਗਈ। ਕਹਿੰਦੀ ਅੱਜ ਵੀ ਨਹੀਂ ਆਇਆ, ਅੱਜ ਵੀ ਨਹੀਂ ਲੱਕੜਾਂ ਕੱਟੀਆਂ ਹੋਣੀਆਂ। ਅਗਲੇ ਦਿਨ ਸਾਧ ਸੰਗਤ ਜੀ ਨੇ ਮਨ ਬਣਾ ਲਿਆ ਵੀ ਅੱਜ ਤੋਂ ਨਾ ਮੈਂ ਕਿਸੇ ਦੀ ਗੱਲ ਨਹੀਂ ਸੁਣਨੀ। ਮੇਰਾ ਤਾਂ ਘਰ ਉੱਜੜ ਗਿਆ, ਮੈਂ ਤਾਂ ਘਰੇ ਜਾਣ ਜੋਗਾ ਨਹੀਂ ਰਿਹਾ, ਜਵਾਕ ਮੇਰੇ ਭੁੱਖ ਨਾਲ ਮਰ ਰਹੇ ਹੈ, ਘਰ ਵਾਲੀ ਰੋਜ਼ ਮੇਰੇ ਨਾਲ ਲੜਦੀ ਹੈ। ਮੈਂ ਨਹੀਂ ਜਾਣਾ ਘਰੇ ਅੱਜ ਤੋਂ, ਨਾ ਮੈਂ ਕਿਸੇ ਦੀ ਗੱਲ ਸੁਣਨੀ ਹੈ। ਲੱਕੜਾਂ ਕੱਟਾਂਗਾ, ਵੇਚਾਂਗਾ, ਪੈਸੇ ਹੋਣਗੇ, ਰਾਸ਼ਨ ਹੋਵੇਗਾ, ਫਿਰ ਘਰੇ ਜਾਵਾਂਗਾ। ਇਹ ਸੰਕਲਪ ਕਰ ਲਿਆ ਮਨ ਦੇ ਵਿੱਚ ਇਸਨੇ। ਹੁਣ ਜਦੋਂ ਜਾ ਕੇ ਦੁਬਾਰਾ ਲੱਕੜੀਆਂ ਕੱਟਣ ਲੱਗਿਆ, ਕਰਮ ਕਹਿੰਦੇ ਮਾਇਆ ਉਧਰ ਦੇਖ, ਮਾਰ ਝਾਤ ਜਰਾ, ਤੇਰਾ ਕਰੋੜਾਂਪਤੀ ਬਣਿਆ ਹੋਇਆ ਲੱਕੜਹਾਰਾ ਫੇਰ ਲੱਕੜੀਆਂ ਕੱਟਦਾ ਫਿਰਦਾ ਹੈ। ਮਾਇਆ ਨੇ ਗੋਡੇ ਟੇਕ ਦਿੱਤੇ, ਹੱਥ ਜੋੜ ਲਏ, ਕਹਿੰਦੀ ਐ ਕਰਮੋ ਮੈਂ ਤਾਂ ਬਹੁਤ ਜ਼ੋਰ ਲਗਾ ਲਿਆ, ਮੈਂ ਤਾਂ ਜ਼ੋਰ ਲਗਾ ਥੱਕਿਆ, ਤੂੰ ਨਾ ਬਦਲੀ ਤਕਦੀਰੇ। ਮੈਂ ਬੜਾ ਯਤਨ ਕਰ ਲਿਆ, ਇਹਦੀ ਤਕਦੀਰ ਨਹੀਂ ਬਦਲੀ। ਇਹ ਗਰੀਬ ਦਾ ਗਰੀਬ ਹੀ ਰਿਹਾ, ਇਹ ਬਸ ਗਰੀਬ ਦਾ ਗਰੀਬ ਹੀ ਰਿਹਾ, ਮੇਤੋਂ ਨਹੀਂ ਇਹਦੀ ਕਿਸਮਤ ਬਦਲੀ। ਮਾਫ ਕਰਨਾ, ਕਰਮਾਂ ਨੂੰ ਕਹਿੰਦੀ ਮਾਫ ਕਰਨਾ, ਮੈਂ ਹੁਣ ਕੁਝ ਨਹੀਂ ਕਰਨਾ ਚਾਹੁੰਦੀ। ਜੋ ਕੁਛ ਕਰਨਾ ਤੁਸੀਂ ਹੀ ਕਰੋ, ਤੁਸੀਂ ਇਹਨੂੰ ਅਮੀਰ ਕਰੋ ਚਾਹੇ ਗਰੀਬ ਕਰੋ, ਮੇਰੀ ਵਾਹ ਲੱਗ ਹਟੀ, ਮੈਂ ਥੱਕ ਚੁੱਕੀ ਹਾਂ, ਮੈਂ ਨਹੀਂ ਕੁਝ ਕਰ ਸਕਦੀ। ਸਾਧ ਸੰਗਤ ਜੀ, ਕਰਮ ਕਹਿੰਦੇ ਫਿਰ ਹੁਣ ਅਸੀਂ ਦਿਖਾਈਏ ਤੈਨੂੰ ਚਮਤਕਾਰ। ਜਿੰਨੀ ਦੇਰ ਤੱਕ ਕਰਮ ਸਾਥ ਨਾ ਦੇਣ ਓਨੀ ਦੇਰ ਤੱਕ ਬੰਦਾ ਕੁਛ ਨਹੀਂ ਕਰ ਸਕਦਾ। ਕਰਮ ਉਦੋਂ ਸਾਥ ਦਿੰਦੇ ਨੇ ਜਦੋਂ ਸਾਡੀ ਮਿਹਨਤ ਦੇ ਵਿੱਚ ਸਾਧ ਸੰਗਤ ਜੀ ਹੱਕ ਦੀ ਕਮਾਈ ਹੋਵੇ। ਜਦੋਂ ਅਸੀਂ ਆਪਣੀ ਇੱਕ ਪੈਸੇ ਦੇ ਵਿੱਚੋਂ ਵੀ 10 ਪੈਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰੀਏ, ਇੱਕ ਦੇ ਵਿੱਚੋਂ ਵੀ ਦਾਨ ਕਰੀਏ। 1 ਰੁਪਈਆ ਕਮਾ ਲਿਆ, 10ਵਾਂ ਹਿੱਸਾ ਦਾਨ ਕਰਨਾ ਹੈ। 10ਵਾਂ ਹਿੱਸਾ ਦਾਨ ਕਰਨਾ ਅਸੀਂ ਵਾਅਦਾ ਕਰਕੇ ਆਏ ਹਾਂ ਭਗਵਾਨ ਦੇ ਨਾਲ। ਹੁਣ ਜਦੋਂ ਇਸਨੇ ਦੁਬਾਰਾ ਜਾ ਕੇ ਕੁਹਾੜਾ ਚੁੱਕਿਆ, ਲੱਕੜੀਆਂ ਕੱਟਦਾ ਹੈ, ਕਰਮ ਆ ਗਏ ਇਹਦੇ ਕੋਲ ਬਜ਼ੁਰਗ ਬਾਬੇ ਦਾ ਰੂਪ ਬਣਾ ਕੇ। ਆ ਕੇ ਕਹਿਣ ਲੱਗੇ, ਉਹ ਭਾਈ ਲੱਕੜਹਾਰਿਆ, ਅਸੀਂ ਤੇਰੀ ਮਦਦ ਕਰਨੀ ਚਾਹੁੰਦੇ ਹਾਂ। ਦੋਨੋਂ ਹੱਥ ਜੋੜ ਕੇ ਦੂ ਕਰਕੇ ਮਗਰ ਪੈ ਗਿਆ। ਉਹ ਬਾਬਾ ਤੂੰ ਜਾ, ਬਥੇਰੇ ਆਏ ਮੇਰੀ ਮਦਦ ਕਰਨ ਵਾਲੇ, ਮੈਨੂੰ ਨਹੀਂ ਲੋੜ ਤੇਰੀ ਮਦਦ ਦੀ, ਦੌੜ ਜਾ ਇੱਥੋਂ। ਕਰਮ ਕਹਿੰਦੇ ਤੂੰ ਸਾਡੀ ਗੱਲ ਤਾਂ ਸੁਣ ਲੈ। ਕਹਿੰਦਾ ਮੈਂ ਨਹੀਂ ਸੁਣਨੀ ਤੇਰੀ ਗੱਲ, ਤੂੰ ਦੌੜ ਜਾ ਇੱਥੋਂ, ਮੈਂ ਕਿਸੇ ਦੀ ਗੱਲ ਨਹੀਂ ਸੁਣਨੀ। ਪਤਾ ਨਹੀਂ ਮੇਰੇ ਤੇ ਕਿਹੜਾ ਮਾਇਆ ਜਾਲ ਪੈ ਗਿਆ ਜੋ ਮੈਨੂੰ ਕਿਸੇ ਵਸਤੂ ਦੀ ਪ੍ਰਾਪਤੀ ਨਹੀਂ ਹੋ ਰਹੀ, ਅੰਤਾਂ ਦਾ ਦੁਖੀ ਹੋ ਰਿਹਾ ਹਾਂ, ਮੈਨੂੰ ਨਹੀਂ ਲੋੜ ਤੁਹਾਡੀਆਂ ਗੱਲਾਂ ਸੁਣਨ ਦੀ। ਕਈ ਵਾਰ ਜਦੋਂ ਪਖੰਡੀ ਆਉਂਦੇ ਨੇ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣਦੇ, ਜਦੋਂ ਮਹਾਂਪੁਰਸ਼ ਆ ਜਾਣ ਅਸੀਂ ਕਹਿੰਦੇ ਛੱਡ ਪਰੇ ਜੀ, ਇਹ ਤਾਂ ਵਿਹਲੇ ਨੇ, ਐਵੇਂ ਤੁਰੀ ਫਿਰੀ ਜਾਂਦੇ ਨੇ। ਕਈ ਵਾਰੀ ਉਹ ਤੁਸੀਂ ਛੋਟੇ ਹੁੰਦੇ ਪੜ੍ਹਦੇ ਹੋਵੋਗੇ, ਕਹਿੰਦਾ ਹੁੰਦਾ ਸੀ ਮੁੰਡਾ ਪਿੰਡ 'ਚ ਬਘਿਆੜ ਆ ਗਿਆ, ਬਘਿਆੜ ਆ ਗਿਆ। ਉਹ ਚਾਰਨ ਵਾਲਾ, ਭੇਡਾਂ ਚਾਰਨ ਵਾਲਾ ਰੋਜ਼ ਕਹਿ ਦਿਆ ਕਰੇ, ਉਹ ਪਿੰਡ ਵਾਲੇ ਚਲੇ ਜਾਇਆ ਕਰਨ ਵੀ ਇਹਨੂੰ ਬਘਿਆੜ ਨੇ ਕਿਤੇ ਖਾਈ ਨਾ ਲਿਆ ਹੋਵੇ। ਹੁੰਦਾ ਹੈ ਨਹੀਂ ਸੀ। ਇੱਕ ਦਿਨ ਸੱਚਮੁੱਚ ਬਘਿਆੜ ਆ ਗਿਆ। ਉਹਨੇ ਬੜਾ ਜ਼ੋਰ ਲਾਇਆ, ਪਿੰਡ ਵਾਲੇ ਨੂੰ ਆਵਾਜ਼ਾਂ ਦਿੱਤੀਆਂ, ਕੋਈ ਨਾ ਗਿਆ। ਕਹਿੰਦੇ ਐਵੇਂ ਝੂਠ ਬੋਲਦਾ, ਰੋਜ਼ ਹੀ ਕਹਿ ਦਿੰਦਾ ਹੁੰਦਾ ਆ ਗਿਆ। ਉਸ ਦਿਨ ਕੋਈ ਗਿਆ ਨਾ ਤਾਂ ਉਹਨੂੰ ਖਾ ਗਿਆ ਬਘਿਆੜ। ਭਾਵ ਵੀ ਜਦੋਂ ਪੂਰਨ ਮਹਾਂਪੁਰਸ਼ ਆਵੇ ਉਹਦੇ ਤਾਂ ਪ੍ਰਵਚਨ ਨੂੰ ਕੋਈ ਸੁਣ ਸਕਦਾ ਹੁੰਦਾ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ, ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ, ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ, ਕਿੱਡੇ ਕਿੱਡੀਆਂ ਸ਼ਖਸੀਅਤਾਂ ਸੰਸਾਰ ਤੇ ਆ ਕੇ ਗਈਆਂ, ਕਿੱਡਾ ਗਿਆਨ ਦੇ ਕੇ ਗਈਆਂ। ਹੁਣ ਵੀ ਮਹਾਂਪੁਰਸ਼ ਹਨ, ਐਸੀ ਗੱਲ ਨਹੀਂ ਕਿ ਨਹੀਂ। ਸਾਧ ਸੰਗਤ, ਕਰਮਾਂ ਨੇ ਬੜਾ ਯਤਨ ਕੀਤਾ, ਆਪਣੀ ਜੇਬ ਦੇ ਵਿੱਚ ਹੱਥ ਪਾਇਆ, 1 ਰੁਪਈਆ ਕੱਢ ਕੇ ਕਹਿੰਦੇ 1 ਰੁਪਈਆ ਲੈ ਲਾ। ਕਦੇ ਉੱਚੀ ਉੱਚੀ ਰੋਂਦਾ ਹੈ, ਕਦੇ ਹੱਸਦਾ ਹੈ, ਕਦੇ ਰੋਂਦਾ ਕਦੇ ਹੱਸਦਾ ਹੈ। ਕਰਮ ਕਹਿੰਦੇ ਭਾਈ ਤੂੰ ਪਾਗਲ ਤਾਂ ਨਹੀਂ ਹੋ ਗਿਆ ਕਿਤੇ? ਕਹਿੰਦਾ ਯਾਰ ਤੂੰ ਮੈਨੂੰ 1 ਰੁਪਈਆ ਦਿੰਦਾ, ਮੇਰੇ ਕੋਲ ਤਾਂ 9 ਲੱਖਾਂ ਹਾਰ, ਕਰੋੜਾਂ ਦਾ ਮੇਰੇ ਕੋਲ ਲਾਲ ਪੈਸਿਆਂ ਦੀ ਭਰੀ ਕੋਈ ਥੈਲੀ, ਇੰਨੀਆਂ ਵਸਤੂਆਂ ਆ ਕੇ ਚਲੇਂਗੇ, ਤੂੰ ਮੈਨੂੰ ਰੁਪਈਆ ਦਿੰਦਾ?
ਇੰਨੇ ਮੇਰੇ ਮਾੜੇ ਕਰਮ, ਇੰਨੇ ਪੈਸਿਆਂ ਤੋਂ ਹੁਣ ਮੈਂ 1 ਰੁਪਈਏ ਤੇ ਆ ਗਿਆ। ਬਾਬਾ ਤੂੰ ਜਾ, ਮੈਨੂੰ ਲੱਕੜੀਆਂ ਕੱਟ ਲੈਣ ਦੇ, ਮੈਂ ਬਸ ਗੁਜ਼ਾਰੇ ਜੋਗੀਆਂ ਲੱਕੜੀਆਂ ਕੱਟ ਕੇ ਘਰ ਨੂੰ ਜਾਣਾ ਹੈ। ਮੇਰੀ ਘਰ ਵਾਲੀ ਮੇਰੇ ਨਾਲ ਰੁੱਸੀ ਹੋਈ ਹੈ। ਉਹ ਕਰਮ ਕਹਿੰਦੇ ਮੰਨ ਜਾ। ਉਹ ਕਹਿੰਦਾ ਨਹੀਂ, ਮੈਂ ਨਹੀਂ ਮੰਨਦਾ। ਕਰਮਾਂ ਨੇ ਧੱਕੇ ਨਾਲ ਉਹਦੀ ਜੇਬ ਦੇ ਵਿੱਚ ਸਾਧ ਸੰਗਤ 1 ਰੁਪਈਆ ਪਾਤਾ। ਜਦੋਂ ਕਰਮਾਂ ਨੇ ਸਾਥ ਦੇਤਾ ਉਦੋਂ ਕੀ ਬਣਦਾ ਹੈ। ਕਰਮ ਸਾਥ ਦੇਣਗੇ, ਮਿਟੰਤ ਸਗਲ ਸਿਮਰੰਤ ਹਰਿ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਦੋਂ ਸਿਮਰਨ ਵਾਲੇ ਪਾਸੇ ਹੋ ਗਏ, ਨਾਮ ਵਾਲੇ ਪਾਸੇ ਹੋ ਗਏ, ਪੂਰਨ ਵਿਸ਼ਵਾਸ ਵਾਲੇ ਪਾਸੇ ਹੋ ਗਏ, 1 ਰੁਪਈਏ 'ਚ ਦੇਖਿਓ ਹੁਣ ਬਰਕਤਾਂ ਪੈਂਦੀਆਂ। 1 ਰੁਪਈਆ ਲੈ ਲਿਆ। ਕਰਮ ਕਹਿੰਦੇ ਅਸੀਂ ਤੈਨੂੰ ਕਿਰਤ ਕਰਨ ਤੋਂ ਨਹੀਂ ਰੋਕਦੇ। ਕਿਰਤ ਕਰ, ਲੱਕੜੀਆਂ ਕੱਟ, ਦੁਕਾਨ ਤੇ ਵੇਚ, ਕੁਹਾੜਾ ਆਪਦੀ ਕਿਰਤ ਮਿਹਨਤ ਇਹ ਆਪਦੇ ਕੋਲ ਰੱਖ, ਸੁੱਟ ਕੇ ਨਾ ਜਾਈ, ਨਾਲ ਲੈ ਕੇ ਜਾਈ ਇਹਨਾਂ ਚੀਜ਼ਾਂ ਨੂੰ। ਉਹ ਕਹਿੰਦਾ ਠੀਕ ਹੈ ਜੀ। ਬਾਬਾ ਚਲਿਆ ਗਿਆ, ਕਰਮ ਸਾਥ ਦੇ ਕੇ ਚਲੇ ਗਏ। ਇਹਨੇ ਲੱਕੜੀਆਂ ਕੱਟੀਆਂ, ਛੋਟੀ ਜੀ ਭਰੀ ਜੀ ਬੰਨ ਲਈ, ਲੈ ਕੇ ਤੁਰ ਪਿਆ। ਹੁਣ ਜਾਂਦਾ ਹੈ, ਰਸਤੇ ਵਿੱਚ ਕੋਈ ਮੱਛੀਆਂ ਵੇਚਣ ਵਾਲਾ ਮਿਲ ਗਿਆ। ਹੁਣ ਇਹਦੇ ਮਨ ਵਿੱਚ ਆ ਗਿਆ ਵੀ 1 ਰੁਪਈਆ, ਇਹਦੇ ਨਾਲ ਹੋਰ ਤਾਂ ਕੁਝ ਹੋ ਨਹੀਂ ਸਕਦਾ। ਇਹਨੇ ਮੱਛੀ ਖਰੀਦ ਲਈ। ਕਹਿੰਦਾ ਚੱਲ ਮੈਂ ਤਾਂ ਪਹਿਲਾਂ ਖਾਵਾਂ, ਘਰੇ ਤਾਂ ਘਰ ਵਾਲੀ ਨੇ ਗਾਲਾਂ ਹੀ ਕੱਢਣੀਆਂ ਨੇ ਮੈਨੂੰ ਗਏ ਨੂੰ, ਜਵਾਕਾਂ ਨੇ ਮੇਰੇ ਮਗਰ ਹੀ ਪੈਣਾ, ਲੜਾਈ ਹੋਈ ਹੋਣੀ ਆ। ਘਰੇ ਗਿਆ ਤੋਂ ਪਹਿਲਾਂ ਪੇਟ ਪੂਰਤੀ ਤਾਂ ਕਰ ਲਈਏ। ਤੁਸੀਂ ਕਹਿੰਦੇ ਹੋ ਨਾ ਕਈ ਵਾਰੀ ਪਹਿਲਾਂ ਅੰਨ ਪਾਣੀ ਛਕਣਾ ਜ਼ਰੂਰੀ ਹੈ। ਪਹਿਲਾਂ ਭੋਜਨ ਖਾ ਲਵਾਂ, ਪਹਿਲਾਂ ਪੇਟ ਪੂਜਾ, ਫੇਰ ਕੰਮ ਦੂਜਾ, ਪਹਿਲਾਂ ਭੋਜਨ ਛਕਾਂ ਮੈਂ। ਉਹਨੇ 1 ਰੁਪਈਆ ਦਿੱਤਾ, ਮੱਛੀ ਖਰੀਦ ਲਈ। ਹੁਣ ਕਹਿੰਦਾ ਆ ਜਿਹੜੇ ਡੱਕੇ ਨੇ ਤਾਂ ਮੈਂ ਵੇਚੂੰਗਾ, ਘਰੇ ਸੌਦਾ ਲੈ ਕੇ ਜਾਣਾ ਹੈ। ਆ ਜਿਹੜੇ ਬਰੋਟੇ ਜਾਂ ਪਿੱਪਲ ਦੇ ਥੱਲੇ ਮੈਂ ਬੈਠਾ, ਇੱਧਰਲੇ ਪਾਸੇ ਟਾਹਣੀਆਂ ਸੁੱਕੀਆਂ ਨੇ, ਪਹਿਲਾਂ ਮੈਂ ਉੱਤੋਂ ਜਾ ਕੇ ਸੁੱਕੀਆਂ ਸੁੱਕੀਆਂ ਟਾਹਣੀਆਂ ਤੋੜ ਲਿਆਵਾਂ, ਇਹ ਮੱਛੀ ਨੂੰ ਭੁੰਨ ਕੇ ਖਾਵਾਂਗਾ, ਫਿਰ ਘਰੇ ਜਾਵਾਂਗਾ। ਜਦੋਂ ਸਾਧ ਸੰਗਤ ਤੋਂ ਪਿੱਪਲ ਜਾਂ ਬਰੋਟੇ ਦੇ ਉੱਪਰ ਚੜ੍ਹ ਗਿਆ, ਉੱਥੇ ਆਲਣੇ 'ਚ ਇਹਦੀ ਪੱਗ ਪਈ। ਜਦੋਂ ਇਹਨੇ ਪੱਗ ਖਿੱਚੀ, ਜਿਹੜੀ ਇੱਲ ਲੈ ਕੇ ਗਈ ਸੀ, ਉਹਦੇ ਵਿੱਚ 9 ਲੱਖਾ ਹਾਰ ਮਿਲ ਗਿਆ। ਚਾਅ ਨਹੀਂ ਚੱਕਿਆ ਜਾਂਦਾ। ਕਹਿੰਦਾ ਬਾਬਾ ਤੇਰਾ ਧੰਨਵਾਦ, ਇਹ ਬਾਬਾ ਤੂੰ ਚੰਗਾ ਮੈਨੂੰ ਮਿਲਿਆ। ਉਹ ਬੇਬੇ ਨਾਲੋਂ ਪਹਿਲਾਂ ਤੂੰ ਹੀ ਬਾਬਾ ਮਿਲ ਲੈਂਦਾ ਮੈਨੂੰ, ਬੇਬੇ ਕਾਹਨੂੰ ਭੇਜਣੀ ਸੀ ਮੇਰੇ ਕੋਲ। ਬੇਬੇ ਨੇ ਤਾਂ ਸਾਡੇ ਘਰ 'ਚ ਲੜਾਈਆਂ ਬੜੀਆਂ ਪਵਾਤੀਆਂ। ਬਾਬੇ ਦੇ ਅਨੁਸਾਰ ਮੇਰੇ ਕੰਮ ਠੀਕ ਹੋਣ ਲੱਗ ਗਏ। ਹੁਣ ਜਦੋਂ ਉਹਨੇ ਉਹ ਪੱਗ ਖਿੱਚੀ, ਨਾਲ 9 ਲੱਖਾ ਹਾਰ ਵੀ, ਉਹ ਡਿੱਗ ਗਿਆ ਨੀਚੇ। ਇੱਕਦਮ ਥੱਲੇ ਉਤਰਿਆ, ਪੱਗ ਸਿਰ ਤੇ ਬੰਨੀ, 9 ਲੱਖਾ ਹਾਰ ਪਕੜਿਆ, ਭੱਜਿਆ ਜਾਂਦਾ ਘਰ ਨੂੰ। ਚਾਅ ਨਹੀਂ ਚੱਕਿਆ ਜਾਂਦਾ। ਗੇਟ ਖੜਕਾਇਆ, ਕਹਿੰਦਾ ਭਾਗਵਾਨੇ ਖੋਈ ਚੀਜ਼ ਲੱਭ ਗਈ, ਆਪਣੀ ਖੋਈ ਚੀਜ਼ ਲੱਭ ਗਈ। ਉਹ ਜਿਹੜਾ 9 ਲੱਖਾ ਹਾਰ ਸੀ ਉਹਦੇ ਬਾਰੇ ਦੱਸ ਰਿਹਾ ਸੀ ਨਾ, ਵੀ ਲੱਭ ਗਿਆ ਆਪਾਂ ਨੂੰ, ਖੋਈ ਚੀਜ਼ ਲੱਭ ਗਈ ਆਪਣੀ। ਉਹ ਕਹਿੰਦੀ ਜੀ ਤੂੰ ਚੁੱਪ ਕਰ, ਤੂੰ ਤਾਂ ਬੋਲਦਾ ਬਹੁਤ ਹੈ, ਕੰਮ ਘੱਟ ਕਰਦਾ ਤੇ ਰੌਲਾ ਬਹੁਤਾ ਪਾਉਣਾ, ਅੰਦਰ ਆ ਕੇ ਦੱਸ ਮੈਨੂੰ ਕੀ ਲੱਭ ਗਿਆ। ਹੁਣ ਉਹ ਗਮਾਂਡਣ ਨੇ ਸੁਣਿਆ ਵੀ ਖੋਈ ਚੀਜ਼ ਲੱਭ ਗਈ, ਕਿਤੇ ਪਤਾ ਤਾਂ ਨਹੀਂ ਲੱਗ ਗਿਆ ਇਹਨਾਂ ਦਾ ਪੈਸਾ ਮੈਂ ਚੋਰੀ ਕੀਤਾ। ਬਾਹਰੋਂ ਮੰਜੇ ਤੋਂ ਪੈਸੇ ਚੁੱਕ ਕੇ ਲੈ ਕੇ ਗਈ ਸੀ ਮੈਂ ਪੋਟਲੀ ਦੇ ਵਿੱਚ, ਕਿਤੇ ਪਤਾ ਤਾਂ ਨਹੀਂ ਲੱਗ ਗਿਆ ਪੈਸਾ ਮੇਰੇ ਕੋਲ ਹੈ। ਘਰ ਵਾਲੀ ਬੀਬੀ ਇਹਨੂੰ ਲੈ ਕੇ ਅੰਦਰ ਵੜ ਗਈ। ਗਮਾਂਡਣ ਆਈ, ਹੌਲੀ ਦੇ ਕੇ ਮੰਜੇ ਤੇ ਪੈਸੇ ਰੱਖ ਕੇ ਮੁੜ ਗਈ ਕਿ ਕਿਤੇ ਇਹ ਨਾ ਹੋਵੇ ਕਿ ਪੁਲਿਸ ਨੂੰ ਫੜਾ ਦੇਣ ਮੈਨੂੰ, ਥੋੜੇ ਜਿਹੇ ਖਰਚਲੇ ਹੋਣਗੇ, ਬਾਕੀ ਉੱਥੇ ਰੱਖ ਗਈ ਪੈਸਾ ਬਾਹਰ। ਉਹ ਕਹਿੰਦਾ ਆ ਦੇਖ, ਨਾਲੇ ਤਾਂ ਮੇਰੀ ਪੱਗ ਲੱਭ ਗਈ, ਮੈਂ ਤਾਂ ਕੱਲ ਘਰੇ ਵੀ ਨਹੀਂ ਸੀ ਆਇਆ, ਆ 9 ਲੱਖਾ ਹਾਰ ਆ ਦੇ, ਤੂੰ ਪਾਪ ਦੇ ਗਲ 'ਚ ਦੇ, ਕਿੰਨੀ ਸੋਹਣੀ ਲੱਗੇਂਗੀ ਤੂੰ, ਭੁੱਖ ਬੜੀ ਲੱਗੀ ਐ, ਆ ਮੱਛੀ ਕੱਟ। ਜਦੋਂ ਬਾਹਰ ਨਿਕਲੇ, ਕਹਿੰਦਾ ਉਹ ਦੇਖ ਆਪਣਾ ਪੈਸਾ ਵੀ ਲੱਭ ਗਿਆ, ਦੇਖ ਮੰਜੇ ਤੇ ਪਿਆ। ਜਦੋਂ ਸਾਧ ਸੰਗਤ ਤੋਂ ਬੀਬੀ ਮੱਛੀ ਕੱਟਣ ਲੱਗੀ, ਮੱਛੀ ਦੇ ਵਿੱਚੋਂ ਲਾਲ ਵੀ ਨਿਕਲ ਆਇਆ, ਜਿਹੜਾ ਸਭ ਤੋਂ ਪਹਿਲੇ ਦਿਨ ਗਵਾਚਿਆ ਸੀ। ਜਦੋਂ ਬੁੱਕ ਭਰ ਕੇ ਪਾਣੀ ਪੀਣ ਲੱਗਿਆ ਸੀ ਨਾ, ਉਹ ਐ ਜੇਬੇ ਦੇ ਵਿੱਚੋਂ ਪਾਣੀ 'ਚ ਡਿੱਗ ਗਿਆ ਸੀ, ਮੱਛੀ ਨੇ ਖਾ ਲਿਆ ਸੀ। ਹੁਣ ਉਹ ਜਦੋਂ ਮੱਛੀ ਚੀਰੀ, ਉਹਦੇ ਵਿੱਚੋਂ ਕਰੋੜਾਂ ਅਰਬਾਂ ਦਾ ਸਾਧ ਸੰਗਤ ਜੀ ਲਾਲ ਮਿਲ ਗਿਆ। ਹੁਣ 9 ਲੱਖਾ ਹਾਰ ਵੀ ਮਿਲ ਗਿਆ, ਹੀਰਾ ਲਾਲ ਵੀ ਮਿਲ ਗਿਆ, ਜਿਹੜਾ ਧਨ ਪਦਾਰਥ ਗਮਾਂਡਣ ਲੈ ਗਈ ਸੀ ਚੱਕ ਕੇ ਉਹ ਵੀ ਮਿਲ ਗਿਆ। ਅਸੀਂ ਦੱਸ ਰਹੇ ਸਾਂ ਘੋਰ ਦੁੱਖਿਆਂ
ਬਹੁਤ ਜ਼ਿਆਦਾ ਦੁੱਖ ਇਸ ਦੀ ਜ਼ਿੰਦਗੀ ਦੇ ਵਿੱਚ, ਭਿਆਨਕ ਦੁੱਖ ਵੀ ਆਉਂਦੇ ਹਨ, ਕਲੇਸ਼ ਆਉਂਦੇ ਹਨ। ਅਨਕ ਹੱਤਿਆਂ, ਅਨੇਕਾਂ ਜਨਮਾਂ ਦੇ ਪਾਪ ਕਰਮ ਕੀਤੇ, ਕਦੇ ਕਿਸੇ ਦਾ ਕਤਲ ਕੀਤਾ, ਕਦੇ ਕਿਸੇ ਦਾ ਬਣਦਾ ਕੰਮ ਵਿਗਾੜਿਆ। ਜਨਮ ਦਰਿਦ੍ਰਿੰ, ਸਾਰੇ ਦਾ ਸਾਰਾ ਜਨਮ ਇਹਦਾ ਦੁੱਖਾਂ ਦੇ ਵਿੱਚ, ਗਰੀਬੀ ਦੇ ਵਿੱਚ ਬਤੀਤ ਹੋ ਗਿਆ। ਮਹਾ ਵਿਖਿਆਦੰ, ਵੱਡੇ ਵੱਡੇ ਕੰਗਾਲਤਾ ਭਰੇ ਜੀਵਨ, ਮੁਸੀਬਤਾਂ ਇਸ ਤਰ੍ਹਾਂ ਦੇ ਨੇ ਬਤੀਤ ਕੀਤਾ। ਉਨੀ ਦੇਰ ਤੱਕ ਬਤੀਤ ਕੀਤਾ ਜਿੰਨੀ ਦੇਰ ਤੱਕ ਨਾਮ ਨਹੀਂ ਜਪਿਆ। ਨਾਮ ਨਾ ਜਪਣ ਕਰਕੇ ਕਰਮ ਸਾਥ ਨਹੀਂ ਦੇ ਰਹੇ। ਮਾਇਆ ਆਉਂਦੀ ਹੈ ਅਤੇ ਚਲੀ ਜਾਂਦੀ ਹੈ। ਜਦੋਂ ਸਤਪੁਰਸ਼ਾਂ ਦੀ ਸੰਗਤ ਵਿੱਚ ਜਾਵਾਂਗੇ, ਉਹ ਸਾਨੂੰ ਗਿਆਨ ਕਰਾਉਣਗੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਧਿਨ ਦੁਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਜਲ ਬਿਨ ਸਾ ਕੁਮਲਾਵਤੀ, ਉਪਜੈ ਨਾਹੀ ਦਾਮ। ਹਰ ਨਾਹ ਨਾ ਮਿਲਿਐ ਸਾਜਨੈ, ਕਤ ਪਈਏ ਬਿਸਰਾਮ। ਜਿਤ ਘਰ ਘਰ ਕੰਤ ਨਾ ਪ੍ਰਗਟਈ, ਪਠ ਨਗਰ ਸੇ ਗ੍ਰਾਮ। ਸੋ ਇਸ ਕਰਕੇ ਸਾਧ ਸੰਗਤ ਸਾਡਾ ਅਤਿਅੰਤ ਜ਼ਰੂਰੀ ਕਰਮ ਹੈ। ਅਸੀਂ ਉਹਨਾਂ ਪਾਸਿਆਂ ਤੋਂ ਹਟੀਏ ਜਿਹੜੇ ਲੋਕ ਸਾਨੂੰ ਇਹੋ ਜਿਹੇ ਜੰਜਾਲਾਂ ਵਿੱਚ ਪਾ ਦਿੰਦੇ ਹਨ, ਇਹੋ ਜਿਹੇ ਕਰਮਾਂ ਵਿੱਚ ਪਾ ਦਿੰਦੇ ਹਨ, ਜਿਹੜੇ ਕਰਮਾਂ ਦੇ ਵਿੱਚ ਪੈ ਕਰਕੇ ਅਸੀਂ ਵਾਹਿਗੁਰੂ ਜੀ ਵਾਲੇ ਪਾਸਿਓਂ ਦੂਰ ਹੋ ਜਾਂਦੇ ਹਾਂ। ਸਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ ਜੋ ਕਿ ਆਪਾਂ ਸਾਰੇ ਜਾਣੇ ਸਵੇਰ ਤੋਂ ਹੀ ਲੈ ਕਰਕੇ ਇਸ ਨਗਰ ਦੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਪ੍ਰੇਮ ਹੈ। ਸਾਨੂੰ ਬੜਾ ਆਨੰਦ ਆ ਰਿਹਾ ਹੈ ਆਪ ਸੰਗਤਾਂ ਦੇ ਵਿੱਚ ਵਿਚਰ ਕਰਕੇ, ਕਿਉਂਕਿ ਆਪ ਸੰਗਤਾਂ ਨੇ ਸਵੇਰ ਤੋਂ ਹੀ ਲੈ ਕਰਕੇ ਰੋਲੂ ਮਾਜਰੇ ਦੀਆਂ ਸੰਗਤਾਂ, ਸਵੇਰ ਤੋਂ ਹੀ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ, ਸਾਡੇ ਸਿੰਘ ਸੇਵਾਦਾਰਾਂ ਦੀ ਸੇਵਾ, ਸਤਿਗੁਰਾਂ ਦੀ ਸੇਵਾ ਬੜੇ ਪ੍ਰੇਮ ਦੇ ਨਾਲ ਤੁਸੀਂ ਕਰ ਰਹੇ ਹੋ। ਆਪਾਂ ਹੁਣ ਸਾਧ ਸੰਗਤ ਜੀ ਸਮਾਪਤੀ ਤੇ ਅਰਦਾਸ ਬੇਨਤੀ ਕਰਨੀ ਹੈ। ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਚ ਪ੍ਰੇਮ ਸ਼ਰਧਾ ਸਤਿਕਾਰ ਨਾਲ ਆ ਰਹੀਆਂ ਨੇ, ਸਤਿਗੁਰੂ ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦਾ ਬੀਜਿਆ ਹੋਇਆ ਦਾਨ ਹਰਾ ਕਰਨ, ਸਭਨਾਂ ਦੁੱਖਾਂ ਕਲੇਸ਼ਾਂ ਮਲੇਸ਼ਾਂ ਵਿਘਨਾਂ ਦੇ ਨਾਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਦੇਣ। ਇਹ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਕਰਨੀ ਹੈ। ਕੱਲ ਨੂੰ ਫੇਰ ਸਾਧ ਸੰਗਤ ਜੀ ਇਸੇ ਤਰ੍ਹਾਂ 6 ਵਜੇ ਤੋਂ ਆਪ ਜੀ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਹੈ। ਸ਼ਾਮ ਦੇ 6 ਵਜੇ ਤੋਂ ਲੈ ਕਰਕੇ ਇਵੇਂ ਕਿਵੇਂ 7:30 ਵਜੇ ਤੱਕ ਸਤਿਗੁਰਾਂ ਦੀ ਮਹਿਮਾ ਕਰਾਂਗੇ, ਸਤਿਗੁਰਾਂ ਦਾ ਜਸ ਵਡਿਆਈ ਕਰਾਂਗੇ। ਅੱਜ ਸਾਧ ਸੰਗਤ ਬੋਲਦਿਆਂ ਵਿਚਾਰਦਿਆਂ ਅਨੇਕਾਂ ਹੋਈਆਂ ਗਲਤੀਆਂ ਕਿਰਪਾ ਕਰਕੇ ਬਖਸ਼ਣ ਦੀ ਕਿਰਪਾਲਤਾ ਕਰਿਓ। ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ। ਜਿਵੇਂ ਅੱਜ ਸਾਰਾ ਦਿਨ ਤੁਸੀਂ ਸੇਵਾ ਕੀਤੀ ਹੈ, ਕੱਲ੍ਹ ਨੂੰ ਵੀ ਇਸੇ ਤਰ੍ਹਾਂ ਆਪ ਜੀ ਨੇ ਵੱਧ ਚੜ੍ਹ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਅਤੇ ਪੂਰਨ ਤੌਰ ਤੇ ਲਾ ਕੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ, ਤਾਂ ਕਿ ਸਾਡੇ ਲੋਕ ਸੁਖੀਏ ਪਰਲੋਕ ਸੁਖੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਹੋ ਜਾਣ ਜੀ। ਪਰਿਵਾਰ ਦਾ ਬਹੁਤ ਧੰਨਵਾਦ ਹੈ। ਸਰਦਾਰ ਪ੍ਰੇਮ ਸਿੰਘ ਜੀ ਲੁਧਿਆਣੇ ਤੋਂ, ਜੋ ਸਾਡੇ ਕਾਫੀ ਪੁਰਾਣੇ ਪ੍ਰੇਮੀ ਹਨ, ਉਹਨਾਂ ਨੇ ਸਾਨੂੰ ਇਹਨਾਂ ਸੰਗਤਾਂ ਦਾ ਮਿਲਾਪ ਕਰਵਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਆਪ ਜਿਤਨੀਆਂ ਸੰਗਤਾਂ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਸਾਰਿਆਂ ਨੂੰ ਪੂਰਨ ਲਾਹਾ ਪ੍ਰਾਪਤ ਹੋਵੇ, ਇਸ ਕਥਾ ਦਾ ਆਨੰਦ ਪ੍ਰਾਪਤ ਹੋਵੇ ਔਰ ਆਪੋ ਆਪਣਾ ਜੀਵਨ ਸਫਲਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।